ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਸਾਡੇ ਦਰਸ਼ਕਾਂ ਦਾ ਤੇ ਸਾਡੇ ਪਾਰਟਿਸਪੈਂਟਸ ਦਾ। ਸਾਡੇ ਪ੍ਰੋਗਰਾਮ ਦਾ ਨਾਮ ਹੈਗਾ ਟਿਪਸ ਫॉर ਗੁੱਡ ਲਾਈਫ, ਸੁਖੀ ਜੀਵਨ ਦੇ ਰਾਜ਼। ਤੇ ਬਹੁਤ ਧੰਨਵਾਦ ਹੈ ਵੌਇਸ ਆਫ ਮਾਨਵਤਾ ਟੀਵੀ ਤੇ ਮੇਘ ਰਾਜ ਸਿੰਘ ਉਹਨਾਂ ਦਾ, ਜਿਨ੍ਹਾਂ ਨੂੰ ਸਾਨੂੰ ਟਾਈਮ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ। ਐਂਡ ਬਾਕੀ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਨੂੰ ਗੁਰੂ ਫਤਿਹ, ਸਤਿ ਸ੍ਰੀ ਅਕਾਲ, ਸਲਾਮ, ਰਾਮ ਰਾਮ, ਜੋ ਵੀ ਤੁਹਾਡਾ ਪਿਛੋਕੜ ਹੋਵੇ। ਤੇ ਨਾਲੇ ਖਾਸ ਤੌਰ ਤੇ ਸਾਡੇ ਹਿੰਦੂ ਪਰਿਵਾਰਾਂ ਨੂੰ ਜਿਹੜੇ ਜੁੜੇ ਹੋਏ ਨੇ ਨਾਲ, ਜਨਮ ਅਸ਼ਟਮੀ ਜਿਹੜੀ ਹੈ ਮੁਬਾਰਕ ਹੋਵੇ। ਕਿਉਂਕਿ ਕ੍ਰਿਸ਼ਨ ਜੀ ਦਾ ਵੀ ਜਿਹੜਾ ਉਪਦੇਸ਼ ਹੈ ਉਹ ਬਹੁਤ ਜ਼ਬਰਦਸਤ ਹੈ ਦੇਖਿਆ ਜਾਵੇ। ਤੇ ਹੀ ਵਾਸ ਬੋਰਨ ਇਨ ਏ ਯਾਦਵ ਫੈਮਿਲੀ ਵਿਚ ਇਜ਼ ਕੰਸੀਡਰਡ ਰਿਲੇਟਿਵਲੀ ਇਨਫੀਰੀਅਰ in the caste system, but look at his contributions. Apne Krishan ji ne, he took the sides of justice by being with the Pandavas, protected Draupadi, and preferred to spend his time with Bidar instead of Duryodhana. And so there are numerous examples like that, and he helped his friend Sudama in a compassionate way. So if we can learn lessons from his life, it can really improve the human condition. So having said that, we are going to start this program. This is the second phase of our Jat Paat series. How Guru Nanak Sahib was born in the world in 1469, and how his message helped to transform our society more towards equality, love, compassion, caring for each other through his message and through his travels and through the way he composed his Shabad in the form of Gurbani as we have now available to us, as well as Janam Sakhi stories which we hear, what kind of lessons we can learn from them. And I hope Gurpreet Singh will join, then we will have him do his part too. Having said that, we will start now. Gyani ji, starting with you. Guru Nanak Sahib da jehड़ा jagat te auna hega, it's a great advancement ਜਿਵੇਂ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਭਈ ਸੁਣੀ ਦਤਾਰ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਿਠਾਇਆ, ਜਾਂ ਫਿਰ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਤੋਂ ਜਗ ਚਾਨਣ ਹੋਇਆ, ਜਿਹੜੇ ਭਾਈ ਗੁਰਦਾਸ ਜੀ ਦੀਆਂ ਆਬਜ਼ਰਵੇਸ਼ਨ ਨੇ। ਸੋ ਤੁਸੀਂ ਆਪਣੇ ਵਿਚਾਰ ਦੱਸੋ ਕਿ ਭਈ ਜਾਤ ਪਾਤ ਦੇ ਪੱਖੋਂ what does all this mean? ਮੇਰੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਭਾਈ ਗੁਰਦਾਸ ਜੀ ਨੇ ਜੇ ਕਿਹਾ ਕਿ ਜਿਵੇਂ ਸੂਰਜ ਨਿਕਲਦਾ ਤੇ ਧੁੰਦ ਜਿਹੜੀ ਆ ਉਹ ਹਟ ਜਾਂਦੀ ਆ, ਇਸੇ ਤਰ੍ਹਾਂ ਹੀ ਕਿਉਂਕਿ ਸੰਸਾਰ ਦੇ ਵਿੱਚ ਮਹਾਂਪੁਰਸ਼ ਅਨੇਕਾਂ ਆਏ ਨੇ, ਸਾਰਿਆਂ ਦਾ ਆਪਣਾ ਆਪਣਾ ਯੋਗ ਮਨੁੱਖਤਾ ਦੀ ਭਲਾਈ ਵਾਸਤੇ ਹੈ। ਪਰ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਨੁੱਖਤਾ ਦੇ ਭਲੇ ਦੀ ਖਾਤਰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ, ਉਹ ਆਪਣੇ ਆਪ ਦੇ ਵਿੱਚ ਵਿਲੱਖਣ ਆ। ਸਤਿਗੁਰੂ ਸਾਹਿਬ ਜੀ ਦੇ ਸਮੇਂ ਤੇ ਅੱਜ ਤੱਕ ਵੀ ਜਿਹੜਾ ਸਭ ਤੋਂ ਵੱਡਾ ਕਲੰਕ ਮਨੁੱਖਤਾ ਦੇ ਉੱਪਰ ਆ, ਉਹ ਜਾਤ ਪਾਤ ਦਾ ਹੈ ਕਿ ਇੱਕ ਮਨੁੱਖ ਦੂਸਰੇ ਮਨੁੱਖ ਨੂੰ ਇੰਨਾ ਘਟੀਆ ਸਮਝੇ ਕਿ ਉਹਦੇ ਪਰਛਾਵੇਂ ਤੋਂ ਵੀ ਡਰੇ, ਉਹਦੇ ਨੇੜੇ ਜਾਣ ਤੋਂ ਵੀ ਡਰੇ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਪ੍ਰਥਾਏ, ਜਿੱਥੇ ਉਹਨਾਂ ਨੇ ਥਾਂ ਥਾਂ ਤੇ ਦੂਰ ਦਰਾਡਿਆਂ ਥਾਵਾਂ ਤੇ ਜਾ ਕੇ ਸ਼ਾਇਦ ਜਿੰਨਾ ਪੈਦਲ ਸਫ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ 'ਚ ਕੀਤਾ, ਉਹਨਾਂ ਦੀ ਕੋਈ ਉਦਾਹਰਣ ਹੋਰ ਨਹੀਂ ਮਿਲਦੀ। ਉਹ ਮੰਦਿਰਾਂ 'ਚ ਵੀ ਗਏ, ਮਸਜਿਦਾਂ 'ਚ ਵੀ ਗਏ, ਹਿੰਦੂਆਂ ਸਾਰੇ ਦੂਸਰਿਆਂ ਧਰਮ ਸਥਾਨਾਂ ਤੇ ਜਾ ਕੇ ਉਹਨਾਂ ਨੇ ਉਪਦੇਸ਼ ਦਿੱਤਾ, ਜਿੱਥੇ ਉਹਨਾਂ ਨੇ ਆਪਣੇ ਵਿਚਾਰ ਸੰਸਾਰ ਨੂੰ ਦੱਸੇ ਕਿ ਜਾਤ ਜਨਮ ਨਹਿ ਪੂਛੀਐ, ਸੱਚ ਘਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਉੱਥੇ ਉਹਨਾਂ ਨੇ ਪ੍ਰੈਕਟੀਕਲ ਤੌਰ ਤੇ ਸ਼ੁਰੂ ਤੋਂ ਹੀ ਯਤਨ ਕੀਤੇ, ਜਿਹੜੇ ਕਿ ਸੰਸਾਰ ਦੇ ਵਿੱਚ ਆਪਣੀ ਉਦਾਹਰਣ ਆਪ ਨੇ, ਕਿ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਇਆ ਤੇ ਉਹਨਾਂ ਨੂੰ ਆਪਣੇ ਨਾਲ ਰੱਖਿਆ
ਤੇ ਇਹ ਇੱਕ ਬਹੁਤ ਵੱਡੀ ਕਰਾਰੀ ਸੱਟ ਸੀ। ਜਿੱਥੋਂ ਤੱਕ ਜਾਤ ਪਾਤ ਦੇ ਵਿਰੋਧ ਦੀ ਗੱਲ ਹੈ, ਜਿੰਨੇ ਮਹਾਂਪੁਰਖ ਭਗਤ ਨੇ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਨਾਮਦੇਵ ਜੀ, ਜਿੰਨੇ ਵੀ ਮਹਾਂਪੁਰਖ, ਉਹ ਇਹਨਾਂ ਤੋਂ ਬਿਨਾਂ ਹੋਰ ਵੀ ਉਹਨਾਂ ਨੇ ਵੀ ਯਤਨ ਕੀਤੇ। ਪਰ ਇੱਕ ਗੱਲ ਇੱਥੇ ਸਾਰਥਕ ਇਹ ਆ, ਮਹਾਨ ਇਹ ਆ ਕਿ ਨੀਵੇਂ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਇਹ ਨੀਵੀਂ ਜਾਤ ਦੇ ਨੇ, ਉਹ ਕਹਿਣ ਵੀ ਅਸੀਂ ਨੀਵੇਂ ਨਹੀਂ, ਉਹਨਾਂ ਦੀ ਬਹੁਤੀ ਜ਼ਿਆਦਾ ਕੀਮਤ ਨਹੀਂ ਪੈਂਦੀ। ਉਹਨਾਂ ਦੇ ਆਪਣੇ ਜਿਹੜਾ ਸ਼੍ਰੇਣੀ ਆ ਉਹਦੇ ਵਿੱਚ ਤੇ ਉਹਦਾ ਪ੍ਰਭਾਵ ਪੈਂਦਾ, ਪਰ ਉੱਚੀਆਂ ਜਾਤੀਆਂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਸੰਸਾਰਕ ਪੱਖ ਤੋਂ ਉੱਚੀ ਕੁਲ ਖੱਤਰੀ ਬੇਦੀ ਕੁਲ ਦੇ ਵਿੱਚੋਂ ਸੀਗੇ। ਉਹਨਾਂ ਦੇ ਪਿਤਾ ਜੀ, ਉਹਨਾਂ ਨੇ ਗੁਰੂ ਸਾਹਿਬ ਜੀ ਨੇ ਜਾਤ ਪਾਤ ਨੂੰ ਮੰਨਿਆ ਨਹੀਂ। ਤੇ ਜਦੋਂ ਉਹ ਕਹਿਣ ਕਿ ਇੱਥੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ, ਕਿ ਜਾਤੀ ਦਾ ਕਿਆ ਹੱਥ ਸੱਚ ਪਰਖੀਆ, ਮੋਹਰਾ ਹੋਵੇ ਹੱਥ ਮਰੀਆ ਚੱਖੀਆ, ਵੀ ਇਹ ਦੱਸੋ ਵੀ ਜਾਤ ਦੇ ਨਾਲ ਕੀ ਆ, ਤੁਸੀਂ ਜ਼ਹਿਰ ਦੇ ਦਿਓ, ਇੱਕ ਸ਼ੂਦਰ ਨੂੰ ਦੇ ਦਿਓ, ਇੱਕ ਬ੍ਰਾਹਮਣ ਨੂੰ ਦੇ ਦਿਓ, ਉਹਦਾ ਅਸਰ ਦੋਵਾਂ ਤੇ ਇੱਕੋ ਜਿਹਾ ਹੋਏਗਾ। ਇਹ ਉਹਨਾਂ ਦਾ ਜਿਹੜਾ ਉਪਦੇਸ਼ ਸੀਗਾ, ਉਹਨੇ ਬਹੁਤ ਵੱਡੀ ਤਬਦੀਲੀ ਲਿਆਂਦੀ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਸਿੱਖੀ, ਉਹਦੇ ਵਿੱਚ ਸਿੱਖ ਵੀ ਜਿਹੜੇ ਬਣੇ ਨੇ, ਉਹ ਬ੍ਰਾਹਮਣ ਵੀ ਨੇ, ਉਹ ਖੱਤਰੀ ਵੀ ਨੇ, ਉਹ ਵੈਸ਼ ਵੀ ਨੇ, ਉਹ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਉਹ ਵੀ ਆ। ਤੇ ਇਸ ਕਰਕੇ ਉਹਨਾਂ ਦਾ ਉਪਦੇਸ਼ ਸਮੁੱਚੀ ਮਾਨਵਤਾ ਵਾਸਤੇ ਇੱਕੋ ਜਿਹਾ ਮਹਾਨ ਸੀਗਾ। ਤੇ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਥਾਂ ਥਾਂ ਤੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਹਾਂਜੀ, ਥੈਂਕ ਯੂ ਜੀ, ਵੈਰੀ ਮਚ ਅਪਰੀਸ਼ੀਏਟਡ। ਡਾਕਟਰ ਸਾਹਿਬ, ਤੁਸੀਂ ਦੱਸੋ ਆਪਣੇ ਵਿਚਾਰ ਇਸ ਬਾਬਤ ਕਿ ਜਾਤ ਪਾਤ ਦੇ ਪੱਖੋਂ ਗੁਰੂ ਨਾਨਕ ਸਾਹਿਬ ਨੇ ਕੀ ਰੈਵੋਲੂਸ਼ਨਾਈਜ਼ ਕੀਤਾ, ਕਿਵੇਂ ਸਾਨੂੰ? ਹਾਂਜੀ ਸਰ, ਜਿਸ ਤਰ੍ਹਾਂ ਗਿਆਨੀ ਧਰਮ ਸਿੰਘ ਜੀ ਨੇ ਦੱਸਿਆ, ਉਹ ਬੜਾ ਅੱਛਾ ਵਿਸ਼ਾ ਟੱਚ ਕੀਤਾ ਉਹਨਾਂ ਨੇ ਕਿ ਗੁਰੂ ਸਾਹਿਬ ਤੋਂ ਪਹਿਲਾਂ ਵੀ ਅਲੱਗ-ਅਲੱਗ ਜਿਹੜੇ ਭਗਤ ਹੋਏ ਨੇ, ਉਹਨਾਂ ਨੇ ਸਮੇਂ ਦੇ ਨਾਲ ਇਸ ਚੀਜ਼ ਨੂੰ ਜਿਹੜਾ ਕੰਡੈਮ ਕੀਤਾ, ਕਿਹਾ, ਲੇਕਿਨ ਹਰ ਬੰਦੇ ਨੂੰ ਲੱਗਦਾ ਸੀ ਕਿ ਇਹ ਆਪ ਛੋਟੀ ਜਾਤ ਦੇ ਨੇ, ਸ਼ਾਇਦ ਇਸ ਲਈ ਕਹਿੰਦੇ ਨੇ। ਤੇ ਦੂਜੀ ਗੱਲ ਤੇ ਕਨੈਕਟੀਵਿਟੀ ਜ਼ਿਆਦਾ ਨਾ ਹੋਣ ਕਰਕੇ, ਕਿਉਂਕਿ ਉਦੋਂ ਅੱਜ ਕੱਲ੍ਹ ਜਿਸ ਤਰ੍ਹਾਂ ਅੱਜ ਕੱਲ੍ਹ ਤੇ ਕਨੈਕਟੀਵਿਟੀ ਬਹੁਤ ਜ਼ਿਆਦਾ ਹੈ, ਸਾਡੇ ਕੋਲ ਬੜੇ ਮੋਡਸ ਨੇ, ਟੀਵੀ, ਨੈਟ, ਉਦੋਂ ਤੇ ਸੁਨੇਹਾ ਵੀ ਜਿਹੜਾ ਸੀ ਨਾ ਲੋਕਲ ਬੰਦਿਆਂ ਤੱਕ ਹੀ ਰਹਿੰਦਾ ਸੀ। ਹਾਂਜੀ। ਤੇ ਉਹ ਸੁਨੇਹਾ ਜਿਹੜਾ ਗੁਰੂ ਸਾਹਿਬ ਨੇ ਜਦੋਂ ਵੱਡੀ ਜਾਤ ਦੇ ਹੋਣ ਕਰਕੇ ਇਸ ਚੀਜ਼ ਦਾ ਖੰਡਨ ਕੀਤਾ, ਤੇ ਉਸ ਚੀਜ਼ ਨੂੰ ਕੋਈ ਕੰਡੈਮ ਨਹੀਂ ਕਰ ਸਕਦਾ। ਔਰ ਗੁਰੂ ਸਾਹਿਬਾਂ ਨੇ ਇੰਨਾ ਕਲੀਅਰ ਲਿਖਿਆ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਬਾਣੀ ਦੇ ਵਿੱਚ ਕਿ ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬੰਦੈ ਸੋ ਬ੍ਰਾਹਮਣ ਹੋਈ, ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਜਾਤ ਤੇ ਵਧੈ ਬਹੁਤ ਬੇਕਾਰ। ਗੁਰੂ ਸਾਹਿਬ ਨੇ ਕਲੀਅਰ ਕੀ ਕੀਤਾ ਹੈ, ਉਹ ਕਹਿੰਦੇ ਵੀ ਜੇ ਤੂੰ ਜਾਤ ਦਾ ਹੰਕਾਰ ਕਰਦਾ ਨਾ ਕਿ ਮੈਂ ਉੱਚੀ ਜਾਤ ਦਾ ਵਾਂ, ਮੈਂ ਵੱਡੀ ਜਾਤ ਦਾ ਵਾਂ, ਤੇ ਉਹ ਕਹਿੰਦੇ ਨੇ ਅਸਲੀ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦਾ ਆਪਣਾ ਕਰਦਾ, ਉਪਾਸਨਾ ਕਰਦਾ, ਬ੍ਰਹਮ ਨੂੰ ਬਿੰਦਦਾ, ਬ੍ਰਹਮ ਦੇ ਨਾਲ ਜੁੜਿਆ ਹੋਇਆ। ਤੇ ਦੂਸਰੇ ਪਾਸੇ ਕਹਿੰਦੇ ਜੇ ਤੂੰ ਫੋਕਾ ਜਾਤ ਦਾ ਹੰਕਾਰ ਕਰੀ ਜਾਂਦਾ ਤੇ ਫਿਰ ਕੀ ਹੁੰਦਾ? ਉਹ ਕਹਿੰਦੇ ਇਸ ਜਾਤ ਤੇ ਬੜੇ ਬਹੁਤ ਬੇਕਾਰਾ। ਜਾਤ ਤੋਂ ਤੇ ਤੇਰੇ ਅੰਦਰ ਹਉਮੈ ਆਏਗੀ, ਤੇ ਹਉਮੈ ਨੇ ਸਾਰੀਆਂ ਹੀ ਬਿਮਾਰੀਆਂ ਨੂੰ ਜਨਮ ਦੇਣਾ। ਜਿਹੜੇ ਪੰਜੋ ਹੀ ਨੇ ਨਾ, ਉਹ ਹਉਮੈ ਦੇ ਤਹਿਤ ਨੇ, ਕਿਉਂਕਿ ਸਭ ਤੋਂ ਵੱਡਾ ਰੋਗ ਜਿਹੜਾ ਹਉਮੈ ਹੈ, ਹਉਮੈ ਰੋਗ ਮਾਨਵ ਕੋ ਦੀ। ਹੁਣ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਤੋਂ ਅਸੀਂ ਗੱਲ ਸ਼ੁਰੂ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਇੱਕ ਤੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਦਾ ਇਸ ਲਈ ਜ਼ਿਆਦਾ ਅਸਰ ਹੋਇਆ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਥਾਂ ਤੇ ਬਹਿ ਕੇ ਉਪਦੇਸ਼ ਨਹੀਂ ਦਿੱਤਾ। ਗੁਰੂ ਨਾਨਕ ਸਾਹਿਬ ਨੇ 4 ਉਦਾਸੀਆਂ ਦੇ ਵਿੱਚ ਕਈ ਦੇਸ਼ਾਂ ਨੂੰ ਕਵਰ ਕੀਤਾ, ਜਦੋਂ ਕਿ ਉਸ ਸਮੇਂ ਦੇ ਵਿੱਚ ਕੋਈ 50-100 ਕਿਲੋਮੀਟਰ ਟਰੈਵਲ ਕਰਨਾ ਹੀ ਬੜਾ ਵੱਡਾ ਵਿਸ਼ਾ ਸੀ, ਤੇ ਗੁਰੂ ਸਾਹਿਬ ਨੇ ਕਈ ਦੇਸ਼ਾਂ ਦੇ ਵਿੱਚ ਪੈਦਲ ਸਫ਼ਰ ਕਰਕੇ ਆਪਣੇ ਉਪਦੇਸ਼ ਨੂੰ ਪਹੁੰਚਾਇਆ। ਸੋ ਇੱਕ ਤੇ ਉਹਦਾ ਇਸ ਕਰਕੇ ਇਫੈਕਟ ਜ਼ਿਆਦਾ ਹੋਣਾ ਸੀ। ਦੂਸਰਾ, ਗੁਰੂ ਸਾਹਿਬ ਨੇ ਜਿਸ ਤਰ੍ਹਾਂ ਭਾਈ ਲਾਲੋ ਜੀ ਦੀ ਸਾਖੀ ਆਉਂਦੀ ਹੈ ਕਿ ਭਾਈ ਲਾਲੋ ਜੀ ਬਿਲਕੁਲ ਇੱਕ ਕਿਰਤੀ ਇਨਸਾਨ, ਜਿਹਨੂੰ ਅਸੀਂ ਕਾਰਪੈਂਟਰ ਤਰਖਾਨ ਜਾਤ ਕਹਿੰਦੇ ਨੇ, ਉਹ ਜਾਤ ਤੋਂ ਸਨ। ਇੱਕ ਪਾਸੇ ਜਿਹੜਾ ਉਸ ਵੇਲੇ ਦਾ ਰਾਜਾ ਹੈ ਮਲਕ ਭਾਗੋ, ਜਿਹਦਾ ਬੜਾ ਨਾਮ ਹੈ, ਉਹ ਬ੍ਰਹਮ ਭੋਜ ਕਰਾ ਰਿਹਾ ਹੈ, ਤੇ ਸਾਰਿਆਂ ਵੱਡਿਆਂ ਪੰਡਤਾਂ ਨੂੰ, ਮਹਾਂਪੁਰਖਾਂ ਨੂੰ ਉਹਨੇ ਕਾਲ ਕੀਤਾ।
ਓਪਨ ਕਾਲ ਟੂ ਆਲ। ਲੇਕਿਨ ਗੁਰੂ ਸਾਹਿਬ ਜਦੋਂ ਨਹੀਂ ਜਾਂਦੇ, ਗੁਰੂ ਸਾਹਿਬ ਦਾ ਬੜਾ ਨਾਮ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਗੁਰੂ ਸਾਹਿਬ ਨਹੀਂ ਜਾਂਦੇ ਤੇ ਉਹਦੇ ਅੰਦਰ ਇਹ ਮਤਲਬ ਇੱਕ ਵਿਸ਼ਾ ਬਣ ਜਾਂਦਾ ਵੀ ਗੁਰੂ ਸਾਹਿਬ ਕਿਉਂ ਨਹੀਂ ਗਏ। ਤੇ ਉਹ ਕਹਿੰਦੇ ਵੀ ਗੁਰੂ ਨਾਨਕ ਕਿਉਂ ਨਹੀਂ ਆਏ। ਤੇ ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਤੇ ਇੱਕੋ ਜਿਹੜਾ ਮਤਲਬ ਗਰੀਬ ਜਿਹਾ ਸਿੱਖ ਹੈਗਾ ਆਪਣਾ ਭਾਈ ਲਾਲੋ, ਉਹਦੇ ਕੋਲ ਜਾ ਕੇ ਬੈਠੇ ਨੇ। ਤੇ ਉਹ ਫਿਰ ਗੁਰੂ ਸਾਹਿਬ ਦੇ ਨਾਲ ਜਦੋਂ ਵਾਰਤਾਲਾਪ ਹੁੰਦੀ ਹੈ, ਬੁਲਾਉਂਦਾ ਹੈ ਵੀ ਕਿਉਂ ਗੁਰੂ ਸਾਹਿਬ ਤੁਸੀਂ ਕਿਉਂ ਨਹੀਂ ਸਾਡੇ ਕੋਲ ਦਰਸ਼ਨ ਦੇਣ ਨਹੀਂ ਆਏ। ਤੇ ਗੁਰੂ ਸਾਹਿਬ ਫਿਰ ਉਹਨੂੰ ਜੋ ਦੱਸਿਆ ਤੇ ਗੁਰੂ ਸਾਹਿਬ ਦੱਸਦੇ ਨੇ ਕਿ ਜੋ ਤੂੰ ਇਹ ਕਰ ਰਿਹਾ, ਬ੍ਰਹਮ ਭੋਜ ਕਰ ਰਿਹਾ, ਇੱਕ ਪਾਸੇ ਤੇ ਤੂੰ ਆਪਣੀ ਜਨਤਾ ਨੂੰ ਸੁੱਖ ਨਹੀਂ ਦੇ ਰਿਹਾ, ਜਨਤਾ ਨੂੰ ਪਰੇਸ਼ਾਨ ਕਰ ਰਿਹਾ, ਤੇ ਦੂਜੇ ਪਾਸੇ ਤੂੰ ਸ਼ੋਅ ਕਰਦਾ ਪਿਆ ਕਿ ਮੈਂ ਬੜਾ ਧਰਮੀ ਆ। ਸੋ ਗੁਰੂ ਸਾਹਿਬ ਨੇ ਦੋ ਚੈਲੰਜ ਇਕੱਠੇ ਕੀਤੇ, ਗਰੀਬ ਅਮੀਰ ਦਾ, ਰਾਜੇ ਨੂੰ ਚੈਲੰਜ ਕੀਤਾ, ਤੇ ਪਲੱਸ ਉਹਦੇ ਤੋਂ ਜ਼ਿਆਦਾ ਇੰਪੋਰਟੈਂਸ ਇੱਕ ਕਿਰਤੀ ਇਨਸਾਨ ਨੂੰ, ਇੱਕ ਛੋਟੀ ਜਾਤ ਦੇ ਇਨਸਾਨ ਨੂੰ ਦਿੱਤੀ, ਦੱਸਣ ਵਾਸਤੇ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤਲੀਸ। ਹਾਂਜੀ, ਥੈਂਕ ਯੂ। ਤੇ ਗਿਆਨੀ ਧਰਮ ਸਿੰਘ ਜੀ, ਹਾਂਜੀ, आपने देखो जो जनेऊ सैरेमनी ਹੁੰਦੀ ਆ, ਮਹਾਰਾਜ ਰਿਫਿਊਜ਼ ਕਰਦੇ ਆ, ਉਸ ਵਕਤ ਕਿੰਨਾ ਰਸ਼ ਹੋਇਆ ਹੋਣਾ, ਕਿੰਨਾ ਵੱਡਾ ਇਕੱਠ, ਕਿੰਨੇ ਪਕਵਾਨ ਬਣੇ, ਕਿੰਨੇ ਵੱਡੇ ਵੱਡੇ ਲੋਕ ਇਕੱਠੇ ਹੋਏ ਨੇ। ਤੇ ਉੱਥੇ ਇੱਕ ਜਿਹੜਾ 14-15 ਸਾਲਾਂ ਦਾ ਬੱਚਾ ਜਿਹੜਾ ਉਹ ਕਹਿ ਰਿਹਾ ਕਿ ਵੀ ਮੈਂ ਤਾਂ ਤਿਆਰ ਨਹੀਂ ਆ ਇਸ ਨੂੰ, ਮੈਨੂੰ ਦੇ ਦੱਸੋ ਇਹਦਾ ਫਾਇਦਾ ਕੀ ਆ, ਦੂਜਾ ਕਿਉਂ ਨਹੀਂ ਪਾ ਸਕਦਾ, ਤੇ ਇਹੋ ਜਿਹੀਆਂ ਗੱਲਾਂ ਬਾਤਾਂ। ਉਹ ਜਿਹੜਾ ਸੀਨ ਸਾਨੂੰ ਦੁਹਰਾ ਕੇ ਦੱਸੋ ਬਈ ਉਹਦੇ ਕੀ ਸਬਕ ਮਿਲਦਾ। ਹਾਂਜੀ, ਉਹ ਕਿਉਂਕਿ ਗੁਰਪ੍ਰੀਤ ਸਿੰਘ, ਵੈਲਕਮ, ਆਮ ਗਲੈਡ ਯੂ ਆਰ ਹੇਅਰ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਗਿਆਨੀ ਧਰਮ ਸਿੰਘ ਜੀ, ਕਿਉਂਕਿ ਹਿੰਦੂ ਮਤ ਦੇ ਵਿੱਚ ਦਾਖਲ ਕਰਨ ਵਾਸਤੇ ਭਾਵੇਂ ਬ੍ਰਾਹਮਣ ਆ, ਭਾਵੇਂ ਖੱਤਰੀ ਆ, ਤੇ ਜਿਹੜਾ ਵੀ ਆ ਉਹਨੂੰ ਜਨੇਊ ਪਾਉਣਾ ਪੈਂਦਾ। ਹਾਂਜੀ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦੋਂ ਜਨੇਊ ਦੀ ਰਸਮ ਕੀਤੀ ਜਾਣੀ ਸੀਗੀ, ਤੇ ਉਹਨਾਂ ਨੇ ਕਿਉਂਕਿ ਇੱਕ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਆਰਥਿਕ ਪੱਖੋਂ ਬੜੇ ਖੁਸ਼ਹਾਲ ਸੀਗੇ, ਤੇ ਆਲੇ ਦੁਆਲੇ ਉਹਨਾਂ ਦਾ ਇੱਜ਼ਤਮਾਨ ਵੀ ਬਹੁਤ ਸੀਗਾ। ਕਹਿੰਦੇ ਨੇ ਕਿ ਉਹਨਾਂ ਨੂੰ 10 ਪਿੰਡ ਜਿਹੜੇ ਆ ਉਹ ਰਾਏ ਬਲਾਰ ਜੀ ਵੱਲੋਂ ਦਿੱਤੇ ਗਏ ਸੀਗੇ, ਜਿਨ੍ਹਾਂ ਦਾ ਸਾਰਾ ਆਮਦਨੀ ਜਿਹੜੀ ਸਰਕਾਰ ਲੈਂਦੀ ਉਹਨਾਂ ਨੂੰ ਮਿਲਦੀ ਸੀ। ਤੇ ਉਹਨਾਂ ਦਾ ਬਹੁਤ ਮਾਣ ਸਤਿਕਾਰ ਸੀਗਾ, ਤੇ ਜਿੰਨਾ ਮਾਣ ਸਤਿਕਾਰ ਸੀ ਓਨਾ ਹੀ ਵੱਡਾ ਪ੍ਰੋਗਰਾਮ ਹੋਣਾ ਸੀ। ਤੇ ਪੰਡਿਤ ਜੀ ਨੂੰ ਵੀ ਬੁਲਾਇਆ ਗਿਆ, ਤੇ ਜਦੋਂ ਸਾਰਾ ਕੁਝ ਹੁੰਦਾ ਰਿਹਾ, ਉਹ ਜਨੇਊ ਵੱਟੀ ਗਏ, ਸਾਰਾ ਕੁਝ ਗੁਰੂ ਸਾਹਿਬ ਜੀ ਦੇਖੀ ਗਏ। ਤੇ ਜਦੋਂ ਉਹ ਪਾਉਣ ਲੱਗੇ ਤੇ ਗੁਰੂ ਜੀ ਕਹਿੰਦੇ ਵੀ ਮੈਨੂੰ ਦੱਸੋ ਵੀ ਇਹ ਕੀ ਚੀਜ਼ ਆ ਤੇ ਕਿਉਂ ਪਾਣਾ ਆ। ਪੰਡਿਤ ਵੀ ਹੈਰਾਨ, ਤੇ ਮੈਂ ਤਾਂ ਕਲਿਆਣ ਦਾਸ ਜੀ ਵੀ ਹੈਰਾਨ, ਤੇ ਬਾਕੀ ਵੀ ਜਿੰਨੇ ਆਏ ਸੀ ਵੀ ਇਹ ਕੀ ਹੋ ਰਿਹਾ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਕਿਉਂ, ਕਹਿੰਦੇ ਜੀ ਇਹ ਉੱਚੀ ਜਾਤ ਦੀ ਨਿਸ਼ਾਨੀ ਆ, ਤੇ ਇਸ ਕਰਕੇ ਇਹ ਪਾਣਾ। ਕਹਿੰਦੇ ਫਿਰ ਜੇ ਪਾਣਾ ਹੈ ਤੇ ਮੇਰੇ ਭੈਣ ਜੀ ਮੇਰੇ ਤੋਂ ਵੱਡੇ ਨੇ, ਪਹਿਲੋਂ ਉਹਨਾਂ ਨੂੰ ਪਾਓ। ਕਹਿੰਦੇ ਵੀ ਨਹੀਂ, ਇਹ ਜਨਾਨੀਆਂ ਨਹੀਂ ਪਾ ਸਕਦੀਆਂ। ਗੁਰੂ ਜੀ ਕਹਿੰਦੇ ਵੀ ਜਿਹੜਾ ਭੈਣ ਭਰਾ ਦੇ ਵਿੱਚ ਵਿਤਕਰਾ ਪਾਉਂਦਾ ਆ, ਜਿਹੜਾ ਮਨੁੱਖ ਦੇ ਵਿੱਚ ਵਿਤਕਰਾ ਪਾਉਂਦਾ, ਉਹਦਾ ਕੀ ਫਾਇਦਾ। ਮੈਂ ਪਾ ਲੈਣਾ ਜਨੇਊ, ਪਰ ਮੈਨੂੰ ਤੁਸੀਂ ਜਨੇਊ ਫਿਰ ਇਹੋ ਜਿਹਾ ਪਾਓ ਵੀ ਇਹ ਜਨੇਊ ਤੇ ਇੱਥੇ ਟੁੱਟ ਜਾਣਾ, ਇੱਥੇ ਹੀ ਸੜ ਜਾਣਾ, ਗਲ ਜਾਣਾ, ਨਾਲ ਜਾਣਾ ਨਹੀਂ। ਤੇ ਰੱਬ ਦੀ ਦਰਗਾਹ 'ਚ ਫਿਰ ਉੱਥੇ ਜਾ ਕੇ ਕਿੱਦਾਂ ਤੁਸੀਂ ਕਹਿੰਦੇ ਵੀ ਇੱਜ਼ਤ ਮਾਣ ਮਿਲਦਾ ਆ, ਵੀ ਜਿਹੜਾ ਇਹਨੂੰ ਪਾਇਆ ਹੁੰਦਾ ਉੱਥੇ ਤੇ ਜਾਏਗਾ ਨਹੀਂ। ਮੈਨੂੰ ਪਾਓ ਫਿਰ ਇਹੋ ਜਿਹਾ ਵੀ ਜਿਹੜਾ ਨਾ ਟੁੱਟੇ, ਨਾ ਭੱਜੇ, ਨਾ ਗਲੇ, ਨਾ ਸੜੇ। ਕਹਿੰਦੇ ਉਹ ਇਹੋ ਜਿਹਾ ਕਿਹੜਾ ਹੋ ਸਕਦਾ। ਗੁਰੂ ਜੀ ਕਹਿੰਦੇ ਹੈਗਾ, ਉਹ ਹੈਗਾ ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ 7 ਵੱਟ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਇਹ ਨਾ ਮਲ ਲੱਗਾ ਜਾਏ। ਇਸ ਤਰ੍ਹਾਂ ਕਰਕੇ ਉਹ ਪੰਕਤੀ ਮੈਨੂੰ ਥੋੜਾ ਅੱਗੇ ਪਿੱਛੇ ਹੋ ਗਈ। ਤੇ ਭਾਵ ਇਹ ਸੀ ਕਿ ਜਿਹੜੇ ਧਾਰਮਿਕ ਚਿੰਨ੍ਹ ਨੇ, ਇਹਨਾਂ ਦੀ ਥਾਂ ਤੇ ਗੁਣਾਂ ਨੂੰ ਗੁਰੂ ਸਾਹਿਬ ਜੀ ਨੇ ਮਹਾਨਤਾ ਦਿੱਤੀ। ਤੇ ਅੱਜ ਵੀ ਸਾਡੇ ਵਾਸਤੇ ਇਹ ਸਬਕ ਲੈਣ ਦੀ ਲੋੜ ਆ ਕਿ ਜਿਹੜੇ ਸਾਡੇ 5 ਕਕਾਰ ਨੇ ਸਾਡੀ ਵਰਦੀ ਦਾ ਹਿੱਸਾ ਨੇ, ਪਰ ਇਹਨਾਂ ਦੀ ਕੀਮਤ ਉਦੋਂ ਤੱਕ ਆ ਜਦੋਂ ਤੱਕ ਸਾਡੇ ਕੋਲ ਇਹਨਾਂ ਨਾਲ ਸੰਬੰਧਿਤ ਗੁਣ ਨੇ, ਨਹੀਂ ਤੇ ਫਿਰ ਇਹ ਵੀ ਉਸੇ ਕੈਟਾਗਰੀ 'ਚ ਆ ਜਾਏਗਾ। Very true. That is very true. ਅੱਛਾ, I'm going to revert a little bit back. ਪਿਛਲੀ ਦਫਾ ਗੁਰਪ੍ਰੀਤ ਸਿੰਘ ਸਾਡੇ ਨਾਲ ਸ਼ਾਮਲ ਨਹੀਂ ਹੋ ਸਕੇ because of bad weather. I'm going to ask his view ਕਿ ਜਿਹੜਾ ਜਾਤ ਪਾਤ ਦਾ ਸਿਲਸਿਲਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ, how does he view about it? Gurpreet Singh, your turn, but we have only
3 minutes. ਵੌਇਸ ਆਫ ਮਾਨਵਤਾ ਦੇਖ ਰਹੇ ਔਰ ਸਾਡੇ ਮਾਣਯੋਗ ਡਾਕਟਰ ਸਾਹਿਬਾਨ ਆਪ ਜੀ ਨੂੰ ਔਰ ਸਾਡੇ ਹੋਰ ਗੈਸਟ ਸਾਹਿਬਾਨ ਡਾਕਟਰ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਵਿਸ਼ਾ ਬਹੁਤ ਪਿਆਰਾ ਰੱਖਿਆ, ਜਾਤ ਪਾਤ। ਜਿਹੜਾ ਇਹ ਮਤਲਬ ਜਾਤ ਪਾਤ ਨੂੰ ਤੋੜਾਂਗੇ ਤਾਂ ਹੀ ਇਹ ਸਾਡੇ ਲਈ ਪਿਆਰਾ ਵਿਸ਼ਾ ਹੋਏਗਾ, ਕਿਉਂਕਿ ਜਾਤ ਪਾਤ ਇੱਕ ਕਹਿੰਦੇ ਜਾਤੀ ਹੈ ਜੋ ਜਾਤੀ ਨਹੀਂ। ਜਾਤੀ ਇੱਕ ਐਸੀ ਚੀਜ਼ ਆ ਜੋ ਸਾਡੇ ਵਿੱਚੋਂ ਨਿਕਲਦੀ ਨਹੀਂ, ਪਰ ਇਹ ਸਾਡੇ ਦਿਮਾਗ ਦੇ ਵਿੱਚ ਤਾਂ ਜਿਹੜੀ ਪਾਈ ਗਈ ਆ, ਪਰ ਸਾਡੇ ਖੂਨ ਦੇ ਜ਼ੀਨਾਂ ਦੇ ਵਿੱਚ ਉਹ ਕੀਟਾਣੂਆਂ ਦੇ ਵਿੱਚ ਰਚਾ ਦਿੱਤੀ ਗਈ ਹੈ। ਤੂੰ ਛੋਟਾ ਫਲਾਨਾ ਵੱਡਾ ਹੈ। ਸੋ ਇਹ ਜਿਹੜਾ ਜਾਤ ਪਾਤ ਦਾ ਸਿਲਸਿਲਾ ਜਦੋਂ ਅਸੀਂ ਸਿੱਧੂ ਹੜੱਪਾ ਅਸੀਂ ਪੜ੍ਹਦੇ ਹਾਂ ਜਾਂ ਅਸੀਂ ਮੋਹਨ ਜੌਂਦੜੋ ਪੜ੍ਹਦੇ ਹਾਂ, ਸਿੱਧੂ ਘਾਟੀ ਦਾ ਇਤਿਹਾਸ ਪੜ੍ਹਦੇ ਅੱਜ ਤੋਂ 4-5 ਹਜ਼ਾਰ ਸਾਲ ਦੇ ਲਗਭਗ ਪਿੱਛੇ ਜਦੋਂ ਜਾਂਦੇ ਆ, ਤਾਂ ਉਦੋਂ ਆਰੀਅਨ ਲੋਕ ਜਦੋਂ ਤੋਂ ਇੱਥੇ ਆ ਕੇ ਹਮਲਾ ਕੀਤਾ, ਆਰੀਅਨ ਲੋਕਾਂ ਨੇ ਫਿਰ ਇੱਥੇ ਆ ਕੇ ਕਬਜ਼ਾ ਕੀਤਾ, ਜ਼ਮੀਨਾਂ ਤੇ ਕਬਜ਼ਾ ਕੀਤਾ, ਫਸਲਾਂ ਤੇ ਕਬਜ਼ਾ ਕੀਤਾ, ਪਸ਼ੂਆਂ ਤੇ ਪੰਛੀਆਂ ਤੇ, ਜਿਹੜੇ ਵੀ ਇਹਨਾਂ ਕੋਲੇ ਮਤਲਬ ਮੂਲ ਨਿਵਾਸੀਆਂ ਕੋਲੇ ਇੱਥੋਂ ਭਾਰਤ ਦੇ ਲੋਕਾਂ ਕੋਲੇ ਅਧਿਕਾਰ ਸੀ, ਉੱਥੇ ਆ ਕੇ ਕਬਜ਼ਾ ਕਰਕੇ ਆਰੀਅਨ ਲੋਕਾਂ ਨੇ ਫਿਰ ਇਹਨਾਂ ਦੇ ਜਿਹੜੇ ਕੁਦਰਤੀ ਸਰੋਤ ਸੀ ਉੱਥੇ ਕਬਜ਼ਾ ਕੀਤਾ। ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਆਪਸ ਦੇ ਵਿੱਚ ਪਾੜਨ ਲਈ, ਕਿਉਂਕਿ ਉਸ ਸਮੇਂ ਰਿਆਸਤਾਂ ਹੁੰਦੀਆਂ ਸੀ, ਰਾਜੇ ਹੁੰਦੇ ਸੀ, ਇਹਨਾਂ ਨੂੰ ਆਪਸ ਵਿੱਚ ਪਾੜ ਕੇ ਇਹਨਾਂ ਦੇ ਵਰਨ ਬਣਾਏ ਗਏ। ਉਸ ਤੋਂ ਬਾਅਦ ਜਾਤੀ ਸਿਲਸਿਲਾ ਸ਼ੁਰੂ ਹੋਇਆ। ਉਸ ਤੋਂ ਬਾਅਦ ਇੱਥੇ ਧਾਰਮਿਕ ਗ੍ਰੰਥ ਲਿਖੇ ਗਏ ਤੇ ਜਿਨ੍ਹਾਂ ਦੇ ਵਿੱਚ ਜਾਤੀਵਾਦ ਦਾ ਜ਼ਿਕਰ ਕੀਤਾ ਗਿਆ। ਸੋ ਜਿਹੜਾ ਜਾਤੀਵਾਦ ਹੈ ਇਹ ਜ਼ਿਆਦਾ ਮਨੂ ਸਿਮਰਤੀ ਨੇ ਫੈਲਾਇਆ ਹੈ, ਕਿਉਂਕਿ ਜਿਹੜੀ ਮਨੂ ਸਿਮਰਤੀ ਆ, ਮਨੂ ਸਿਮਰਤੀ ਵਰਨਾਂ ਨਾਲ ਵੰਡ ਕਰਦੀ ਆ। ਆਪ ਜੀ ਨੂੰ ਪਤਾ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰਾਂ ਦੇ ਵਿੱਚ ਵੰਡ ਦਿੰਦੀ ਆ। ਉਸ ਤੋਂ ਬਾਅਦ ਇਹ ਮੈਂ ਸ਼ਾਰਟਕਟ ਦੇ ਵਿੱਚ ਲੈ ਲਿਆ। ਉਸ ਤੋਂ ਬਾਅਦ 6743 ਜਾਤਾਂ ਜਨਮ ਲੈਂਦੀਆਂ ਨੇ। ਜਿਹੜੀਆਂ ਜਾਤਾਂ ਬਣੀਆਂ ਨੇ ਉਹ ਕਿੱਤਿਆਂ ਦੇ ਆਧਾਰ ਤੇ ਬਣੀਆਂ ਨੇ। ਜਿਹੜਾ ਕੋਈ ਕਿੱਤਾ ਕਰਦਾ ਸੀ ਉਹ ਕਿੱਤੇ ਨਾਲ ਜੋੜ ਕੇ ਉਹਦੀ ਜਾਤ ਬਣਾ ਦਿੱਤੀ ਗਈ। ਜੇ ਕੋਈ ਲੁਹਾਰ ਲੋਹੇ ਦਾ ਕੰਮ ਕਰਦਾ ਸੀ ਉਹਨੂੰ ਲੁਹਾਰ, ਜੇ ਕੋਈ ਸੋਨੇ ਦਾ ਕੰਮ ਕਰਦਾ ਸੀ ਉਹਨੂੰ ਸੁਨਿਆਰ, ਜੇ ਚੰਮ ਦਾ ਕੰਮ ਕਰਦਾ ਸੀ ਉਹਨੂੰ ਚਮਿਆਰ ਆਖਿਆ। ਕਹਿਣ ਦਾ ਮਤਲਬ ਇਹ ਕਿੱਤਿਆਂ ਦੇ ਆਧਾਰ ਤੇ ਜਾਤਾਂ ਬਣਾ ਦਿੱਤੀਆਂ ਤੇ ਇਸ ਤਰ੍ਹਾਂ ਉਹਨਾਂ ਨੇ ਫਿੱਟ ਕਰ ਦਿੱਤੀਆਂ ਕਿ ਜਿਹੜਾ ਤੁਹਾਡਾ ਕਿੱਤਾ ਵਾ ਉਹੀ ਤੁਹਾਡੀ ਜਾਤ ਆ ਤੇ ਤੁਸੀਂ ਉਹੀ ਕਿੱਤਾ ਕਰ ਸਕਦੇ ਹੋ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਅੱਜ ਕਹਿ ਦਾਂਗੇ ਵੀ ਇੱਕ ਅੱਜ ਬੂਟ ਪਾਲਿਸ਼ ਕਰਨ ਵਾਲੇ ਦਾ ਬੱਚਾ, ਅੱਜ ਇੱਕ ਕਾਰਪੈਂਟਰ ਬਣਨ ਵਾਲੇ ਦਾ ਬੱਚਾ, ਜਿਹੜਾ ਕਾਰਪੈਂਟਰ ਹੈ ਉਹਦਾ ਬੱਚਾ ਕੋਈ ਹੋਰ ਕੰਮ ਨਹੀਂ ਕਰ ਸਕਦਾ, ਪਰ ਅੱਜ ਕਰ ਸਕਦਾ। ਅੱਜ ਉਹ ਜੇ ਉਹ ਚਮਿਆਰ ਹੈ ਜਾਂ ਚੰਮ ਦਾ ਕੰਮ ਕਰਦਾ ਹੈ, ਜੇ ਜੋੜੇ ਬਣਾਉਂਦਾ ਹੈ, ਅੱਜ ਉਹ ਲੱਕੜ ਦਾ ਕੰਮ ਵੀ ਕਰ ਸਕਦਾ ਹੈ, ਲੋਹੇ ਦਾ ਕੰਮ ਵੀ ਕਰ ਸਕਦਾ ਹੈ, ਭਾਵ ਜਾਤੀ ਤੋੜ ਸਕਦਾ ਹੈ। ਪਹਿਲਾਂ ਜਿਹੜੀਆਂ ਜਾਤੀਆਂ ਬਣਾਈਆਂ ਸੀ ਉਹ ਆਪਣੀ ਜਾਤੀ ਨਹੀਂ ਸੀ ਤੋੜ ਸਕਦਾ। ਜੇ ਤੋੜਦਾ ਸੀ ਤਾਂ ਉਹਨੂੰ ਕਸ਼ਟ ਦਿੱਤਾ ਜਾਂਦਾ ਸੀ, ਦੁੱਖ ਦਿੱਤਾ ਜਾਂਦਾ ਸੀ। ਪਰ ਉੱਥੇ ਇਹ ਸੀ ਕਈ ਜਾਤੀਆਂ ਸਾਰਿਆਂ ਨੂੰ ਨੀਵੀਆਂ ਭੈੜੀਆਂ ਜਾਤੀਆਂ ਮੰਨੀਆਂ ਗਈਆਂ ਸੀ। ਔਰ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਇਹ ਜਾਤੀਆਂ ਬਣਾਈਆਂ ਗਈਆਂ ਸੀ ਜਾਂ ਵਰਨ ਬਣਾਏ ਗਏ ਸੀ, ਇਹ ਜਿਵੇਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰੇ, ਮੈਂ ਪਹਿਲਾਂ ਵੀ ਦੱਸ ਦਿੱਤਾ। ਔਰਤ ਇਹਦੇ ਵਿੱਚ ਕਿਤੇ ਵੀ ਨਹੀਂ ਗਈ। ਔਰਤ ਸਾਰੀ ਥੱਲੇ ਰੱਖੀ ਗਈ। ਔਰ ਔਰਤ ਨੂੰ ਕਲੈਣੀ ਆਖਿਆ ਗਿਆ, ਛੁੱਟੜ ਆਖਿਆ ਗਿਆ, ਕੂੜੀ ਆਖਿਆ ਗਿਆ। ਔਰਤ ਨੂੰ ਪਤਾ ਨਹੀਂ ਕਿਹੜੇ ਕਿਹੜੇ ਨਾਮ ਦੇ ਕੇ ਉਹਨੂੰ ਮਰਦ ਤੋਂ ਵੀ ਥੱਲੇ ਰੱਖਿਆ ਗਿਆ। ਪਰ ਜਦੋਂ ਗੁਰੂ ਸਾਹਿਬਾਨ ਆਏ, ਗੁਰੂ ਸਾਹਿਬਾਨਾਂ ਨੇ ਜਿਹੜਾ ਸੰਘਰਸ਼ ਕੀਤਾ, ਜਿਹੜਾ ਬਿਗਲ ਵਜਾਇਆ, ਸਭ ਤੋਂ ਪਹਿਲਾਂ ਜਿਹੜਾ ਬਿਗਲ ਵਜਾਇਆ ਉਹ ਬਰਾਬਰ ਦਾ ਵਜਾਇਆ। ਜਿਵੇਂ ਸਾਡੇ ਸਤਿਕਾਰਯੋਗ ਧਰਮ ਸਿੰਘ ਜੀ ਨੇ ਆਖਿਆ ਕਿ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਨੇਊ ਦਾ ਖੰਡਨ ਕੀਤਾ। ਜਨੇਊ ਦਾ ਜਦੋਂ ਖੰਡਨ ਕਰਦੇ ਨੇ ਨਾ, ਪਤਾ ਪਹਿਲਾਂ ਲੱਗ ਜਾਂਦਾ ਗੁਰੂ ਨਾਨਕ ਮਹਾਰਾਜ ਨੂੰ। ਘਰ ਦੇ ਵਿੱਚ ਪਹਿਲਾਂ ਹੀ 2-4-6 ਮਹੀਨੇ ਸਾਲ ਪਹਿਲਾਂ ਹੀ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਵੀ ਬਾਬਾ ਨਾਨਕ ਆਪਣਾ ਪੁੱਤ ਵੱਡਾ ਹੋ ਰਿਹਾ ਹੈ, ਆਪਾਂ ਇਹਦੇ ਜਨੇਊ ਪਾਉਣਾ। ਤੇ ਗੁਰੂ ਨਾਨਕ ਮਹਾਰਾਜ ਪਹਿਲਾਂ ਵੀ ਕਹਿ ਸਕਦੇ ਸੀ ਵੀ ਮੈਂ ਨਹੀਂ ਜਨੇਊ ਪਾਉਣਾ, ਤੁਸੀਂ ਜੋ ਕਰਨਾ ਕਰੀ ਚੱਲੋ। ਗੁਰੂ ਨਾਨਕ ਮਹਾਰਾਜ ਨਹੀਂ ਬੋਲੇ। ਪਤਾ ਵੀ ਇਹ ਜਿਹੜੀ ਜਾਤ ਪਾਤ ਆ ਨਾ, ਜਿਹੜਾ ਇਹ ਵਿਤਕਰਾ ਦੀਆਂ ਧੱਜੀਆਂ ਢਾਉਣੀਆਂ ਨੇ ਚੰਗੀ ਤਰ੍ਹਾਂ ਪਹਿਲਾਂ 2-2.5 ਮਹੀਨੇ ਪਹਿਲਾਂ, ਕਿਉਂਕਿ ਪਟਵਾਰੀਆਂ ਦੇ ਮੁੰਡੇ ਨੇ। ਆਪ ਜੀ ਦੇ ਪਿਤਾ ਸਤਿਕਾਰਯੋਗ ਕਲਿਆਣ ਦਾਸ ਮਹਿਤਾ ਜੀ ਪਟਵਾਰੀ ਸੀ ਔਰ ਰਾਏ ਬਲਾਰ ਦੇ ਨਾਲ ਸਿੱਧੀ ਗੱਲਬਾਤ ਸੀ। ਹੁਣ ਜਦੋਂ ਜਨੇਊ ਪਾਉਣਾ ਤਾਂ ਉੱਥੇ ਰਾਜੇ ਮਹਾਰਾਜਿਆਂ ਨੇ ਵੀ ਆਉਣਾ, ਰਾਏ ਬਲਾਰ, ਉਹਨਾਂ ਦੀ ਪਤਨੀ ਨੇ ਵੀ ਆਉਣਾ, ਉਹਨਾਂ ਦੇ ਅਹਿਲਕਾਰਾਂ ਮੰਤਰੀਆਂ ਨੇ ਵੀ ਆਉਣਾ, ਪਟਵਾਰੀਆਂ ਨੇ ਵੀ ਆਉਣਾ, ਗਰੀਬ ਲੋਕਾਂ ਨੇ ਵੀ ਆਉਣਾ ਨਾ। ਜਦੋਂ ਸਾਰਿਆਂ ਨੇ ਉੱਥੇ ਆਉਣਾ, ਗੁਰੂ ਨਾਨਕ ਮਹਾਰਾਜ ਕਹਿੰਦੇ ਉਦੋਂ ਗੱਲ ਕਰਾਂਗੇ, ਹਜੇ ਕੋਈ ਫਾਇਦਾ ਨਹੀਂ। ਤੇ ਮਹਾਰਾਜ ਨੇ ਵੀ ਉਹੀ ਗੱਲ ਕੀਤੀ। ਤੰਬੂ ਲੱਗੇ, ਚਾਨਣੀਆਂ ਕਨਾਤਾਂ ਲੱਗੀਆਂ, ਉੱਥੇ ਰਾਜੇ ਵੀ ਆਏ, ਮਹਾਰਾਣੀਆਂ ਵੀ ਆਈਆਂ, ਉੱਥੇ ਪਟਵਾਰੀ ਪਿੰਡ ਦੇ ਅਹਿਲਕਾਰ ਵੀ ਆਏ, ਜਿੰਨੇ ਵੀ ਆਏ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਵੀ ਚੁੱਪ ਨੇ। ਉੱਥੇ ਕਹਿੰਦੇ ਜਿਹੜਾ ਪੰਡਿਤ ਹਰਦਿਆਲ ਹੈ ਨਾ,
ਪੰਡਤ ਹਰਦਿਆਲ ਮਨ ਦੇ ਵਿੱਚ ਸੋਚਦਾ ਵੀ ਬਾਬਾ ਨਾਨਕ ਅੱਜ ਕਿਵੇਂ ਚੁੱਪ ਆ। ਪਾਂਧੇ ਕੋਲ ਗਏ ਤਾਂ ਪਾਂਧੇ ਨੂੰ ਪੜ੍ਹਨੇ ਪਾ ਜਾਂਦਾ। ਜੇ ਕੋਈ ਪਿੰਡ ਦੇ ਵਿੱਚ ਜੋਗੀ ਆਉਂਦਾ ਤਾਂ ਉਹਨੂੰ ਫੜ ਕੇ ਬੈਠ ਜਾਂਦੇ ਨੇ ਵੀ ਦੱਸ ਤਾਂ ਸਹੀ ਤੇਰਾ ਮਕਸਦ ਕੀ ਆ, ਤੂੰ ਲੋਕਾਂ ਨੂੰ ਸਮਝਾਉਣਾ ਆ ਕਿ ਲੁੱਟਣਾ ਆ। ਪਰ ਅੱਜ ਬਾਬਾ ਨਾਨਕ ਮੇਰੇ ਮੂਹਰੇ ਚੁੱਪ ਬੈਠਾ, ਮਨੋ ਮਨੀ ਸੋਚਦਾ। ਸਾਰਾ ਕੁਛ ਉਹਨੇ ਗੋਬਰ ਦਾ ਪੋਚਾ ਵੀ ਲਵਾਇਆ, ਚੌਂਕਾ ਵੀ ਧੋਤਾ, ਉੱਤੇ ਖੰਮਣੀਆਂ ਵੀ ਬੰਨੀਆਂ, ਮੰਤਰ ਵੀ ਪੜਦਾ, ਪਰ ਮਨ ਦੇ ਵਿੱਚ ਡਰ ਆ ਕਿਤੇ ਬਾਬਾ ਨਾਨਕ ਨਾ ਬੋਲ ਪਏ। ਪਰ ਬਾਬਾ ਨਾਨਕ ਕਿਤੇ ਚੁੱਪ ਰਹਿਣ ਵਾਲਾ, ਉਹ ਬੈਠਾ ਆਰਾਮ ਨਾਲ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਨੇ, ਕਹਿੰਦੇ ਪੜ੍ਹ। ਸਾਰਾ ਕੁਝ ਕਰ ਲਿਆ, ਮੰਤਰ ਵੀ ਪੜ੍ਹ ਲਏ, ਬਸ ਕਹਿੰਦੇ ਜਿਹੜਾ ਜਨੇਊ ਸੀ ਨਾ ਧਾਗਿਆਂ ਦਾ ਉਹ ਵੱਟ ਲਿਆ। ਜਦੋਂ ਜਨੇਊ ਵੱਟ ਕੇ ਗੁਰੂ ਨਾਨਕ ਮਹਾਰਾਜ ਕੋਲੇ ਆਏ ਨਾ, ਬਾਬੇ ਨਾਨਕ ਨੂੰ ਕਹਿੰਦੇ ਬਾਬਾ ਨਾਨਕ ਖੜਾ ਹੋ। ਮਹਾਰਾਜ ਕਹਿੰਦੇ 7 ਵਚਨ, ਖੜੇ ਹੋਏ, ਕਹਿੰਦੇ ਲੱਗੇ ਜਨੇਊ ਪਾਉਣ। ਗੁਰੂ ਨਾਨਕ ਮਹਾਰਾਜ ਨੇ ਹੱਥ ਫੜ ਲਿਆ, ਕਹਿੰਦੇ ਕੀ ਹੈ ਜੀ ਇਹ। ਬਾਕੀ ਸਾਡੇ ਸਤਿਕਾਰਯੋਗ ਧਰਮ ਸਿੰਘ ਜੀ ਨੇ ਆਖਦਾ, ਇਹ ਮੈਂ ਇੱਕ ਵਾਰੀ ਫੇਰ ਦੁਹਰਾ ਦਿਆਂ। ਦੇਖੋ ਉੱਥੇ ਜੋ ਮੰਜ਼ਰ ਬਣਿਆ ਹੋਇਆ, ਜਿਹੜੇ ਉੱਥੇ ਲੋਕ ਬੈਠੇ ਨੇ ਨਾ, ਬੜੇ ਧਨਾੜ ਲੋਕ ਵੀ ਬੈਠੇ ਨੇ, ਗਰੀਬ ਲੋਕ ਵੀ ਬੈਠੇ ਨੇ। ਉੱਥੇ ਉਹ ਵੀ ਲੋਕ ਜਿਹੜੇ ਨੀਵੀਆਂ ਜਾਤੀਆਂ ਦੇ ਮੰਨਣ ਵਾਲੇ ਲੋਕ ਵੀ ਬੈਠੇ ਨੇ, ਤੇ ਉੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਵੀ ਬੈਠੇ ਨੇ ਉੱਥੇ, ਜਿਹਨੂੰ ਕਹਿੰਦੇ ਸੀ ਨਾ ਕੂਟਾਂ ਤੋਂ ਦੂਰ ਰੱਖੋ। ਗੁਰੂ ਨਾਨਕ ਨੇ ਉਹਨਾਂ ਨੂੰ ਵੀ ਬੁਲਾਇਆ ਹੋਇਆ। ਤੇ ਮਹਾਰਾਜ ਨਹੀਂ ਬੋਲਦੇ। ਮਹਾਰਾਜ ਨੂੰ ਪਤਾ ਜੇ ਪਹਿਲਾਂ ਮੈਂ ਬੋਲਦਾ ਤਾਂ ਰੌਲਾ ਪੈ ਜਾਏਗਾ, ਗੱਲ ਠੱਪ ਹੋ ਜਾਏਗੀ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋ ਘਰ ਦੇ ਬਾਹਰ ਬੈਠੇ ਸੀ ਲੋਕ, ਉਹ ਗਰੀਬ ਲੋਕ ਵੀ ਬੈਠੇ ਸੀ ਵਿਚਾਰੇ, ਹੱਥਾਂ 'ਚ ਲਿਫਾਫੇ ਫੜੇ ਹੋਏ ਨੇ। ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ, ਉਹ ਏਦਾਂ ਬੈਠੇ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਨੇ, ਦੇਖ ਤਾਂ ਜਨੇਊ ਪੈ ਗਿਆ ਵੀ ਬਾਅਦ ਵਿੱਚ ਜਲੇਬੀਆਂ ਪਕੌੜੇ ਹੋਰ ਕੁਝ ਖਾ ਕੇ ਚੱਲਾਂਗੇ, ਕੁਛ ਤਾਂ ਮਿਲ ਜਾਏਗਾ ਯਾਰ, ਕਿੰਨਾ ਕੁ ਟਾਈਮ ਲੱਗੂ। ਕਹਿੰਦੇ ਬਸ ਸਾਰੇ ਮੰਤਰ ਪੜ੍ਹ ਲਏ, ਸਾਰਾ ਕੁਝ ਹੋ ਗਿਆ, ਬਸ ਜਨੇਊ ਪਾਉਣੇ ਵਾਲਾ ਰਹਿ ਗਿਆ। ਜਦੋਂ ਜਨੇਊ ਪਾਉਣ ਲੱਗੇ, ਬਾਬੇ ਨਾਨਕ ਨੇ ਹੱਥ ਫੜ ਲਿਆ। ਪੰਡਤ ਹਰਦਿਆਲ ਜੀ, ਇਹ ਕੀ ਆ? ਕਹਿੰਦੇ ਜਨੇਊ ਆ। ਕਹਿੰਦੇ ਕੀ ਕਰੀਦਾ? ਕਹਿੰਦੇ ਜਦੋਂ ਇਹ ਪਾਉਂਦਾ ਬੰਦਾ ਧਰਮੀ ਬਣਦਾ, ਬੰਦੇ ਲਈ ਸਵਰਗ ਦੇ ਦਰਵਾਜ਼ੇ ਖੁੱਲ ਜਾਂਦੇ ਨੇ। ਗੁਰੂ ਨਾਨਕ ਨੇ ਜਿਹੜਾ ਪ੍ਰਸ਼ਨ ਕੀਤਾ ਨਾ ਪੰਡਤ ਹਰਦਿਆਲ ਨੂੰ, ਉੱਥੇ ਤੱਕ ਕੀ ਜਵਾਬ ਆਉਣਾ ਸੀ, ਅੱਜ ਤੱਕ ਤੇ ਰਹਿੰਦੀ ਦੁਨੀਆ ਤੱਕ ਇਹਦਾ ਜਵਾਬ ਨਹੀਂ ਆਏਗਾ। ਕਹਿੰਦੇ ਜੇ ਮੇਰੇ ਜਨੇਊ ਪਾਉਣਾ ਤਾਂ ਸਭ ਤੋਂ ਪਹਿਲਾਂ ਮੇਰੇ ਤੋਂ ਵੱਡੀ ਮੇਰੀ ਭੈਣ ਹੈ, ਮੇਰੀ ਭੈਣ ਦੇ ਜਨੇਊ ਪਾ। ਕਿਉਂ? ਉਹਦੇ ਲਈ ਸਵਰਗਾਂ ਦੇ ਦਰਵਾਜ਼ੇ ਨਹੀਂ ਤੂੰ ਖੋਲਣਾ ਚਾਹੁੰਦਾ? ਕੋਈ ਜਵਾਬ ਨਹੀਂ। ਫਿਰ ਗੁਰੂ ਨਾਨਕ ਮਹਾਰਾਜ ਨੇ ਅੱਗੇ ਦੀ ਗੱਲ ਆਖੀ, ਮੇਰੀ ਮਾਤਾ ਦੇ ਜਨੇਊ ਪਾ। ਦੇਖੋ ਰਾਏ ਬੁਲਾਰ ਜੀ ਦੀ ਪਤਨੀ ਜੀ ਬੈਠੇ ਨੇ, ਹੋਰ ਪਟਵਾਰੀ ਬੈਠੇ ਨੇ, ਇਹਨਾਂ ਦੀਆਂ ਪਤਨੀਆਂ ਬੈਠੇ ਨੇ, ਇਹਨਾਂ ਦੇ ਜਨੇਊ ਪਾ। ਜਦੋਂ ਗੁਰੂ ਨਾਨਕ ਮਹਾਰਾਜ ਇਸ਼ਾਰਾ ਕਰਦੇ ਨੇ ਨਾ, ਤੇ ਇਸ਼ਾਰਾ ਬੜਾ ਪਿਆਰਾ ਕੀਤਾ। ਫਿਰ ਭੈਣਾਂ ਨੇ ਉਹ ਗੱਲ ਚੱਕ ਲਈ। ਬੀਬੀਆਂ ਕਹਿੰਦੀਆਂ ਵੀ ਗੱਲ ਤਾਂ ਕਾਕੇ ਦੀ ਸਹੀ ਆ, ਮੁੰਡਾ ਸਹੀ ਕਹਿ ਰਿਹਾ, ਜੇ ਇਹਨਾਂ ਲਈ ਜਨੇਊ ਬਣਿਆ ਤਾਂ ਬਣਿਆ ਸਾਡੇ ਲਈ ਵੀ ਆ। ਤੇ ਉੱਥੇ ਰਾਏ ਬੁਲਾਰ ਨੂੰ ਉਹਨਾਂ ਦੀ ਪਤਨੀ ਕਹਿੰਦੀ ਆ ਵੀ ਬਾਬਾ ਨਾਨਕ ਸੱਚ ਬੋਲ ਰਿਹਾ, ਇਹਨੂੰ ਬੋਲਣ ਦਿਓ, ਕੋਈ ਰੋਕੇ ਨਾ। ਭਾਵੇਂ ਕਿ ਪਿਤਾ ਕੋਲੇ ਆ ਕੇ ਸਮਝਾਉਣਾ ਕਰਦੇ ਨੇ, ਪਰ ਰਾਏ ਬੁਲਾਰ ਨੇ ਇਸ਼ਾਰਾ ਕਰਤਾ ਵੀ ਅੱਜ ਬਾਬਾ ਨਾਨਕ ਬਹੁਤ ਗਹਿਰੀ ਚੋਟ ਕਰ ਰਿਹਾ, ਇਹਨਾਂ ਨੂੰ ਬੋਲਣ ਦਿਓ। ਜਦੋਂ ਉੱਥੇ ਰੌਲਾ ਪਾਉਂਦਾ ਤਾਂ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਗੁਰੂ ਨਾਨਕ ਦੇ ਹੱਕ ਵਿੱਚ ਖੜ ਜਾਂਦੀਆਂ ਨੇ, ਤੇ ਬਾਹਰ ਤੱਕ ਆਵਾਜ਼ ਜਾਂਦੀ ਆ ਵੀ ਹੋਇਆ ਕੀ ਆ। ਕਹਿੰਦੇ ਹੋਣਾ ਕੀ ਆ? ਕਹਿੰਦੇ ਔਰਤ ਦੀ ਗੱਲ ਚੱਲ ਰਹੀ ਆ ਵੀ ਔਰਤ ਤੇ ਜਨੇਊ ਪਾਓ। ਤੇ ਜਿਹੜੇ ਬਾਹਰ ਸ਼ੂਦਰ ਲੋਕ, ਜਿਨ੍ਹਾਂ ਨੂੰ ਕਹਿੰਦੇ ਆ ਦਲਿਤ ਲੋਕ ਬੈਠੇ ਸੀ ਜਿਹੜੇ, ਉਹ ਕਹਿੰਦੇ ਨੇ ਵੀ ਬਾਬੇ ਨਾਨਕ ਨੇ ਗੱਲ ਤਾਂ ਬੜੀ ਕਮਾਲ ਦੀ ਆਖੀ ਹੈ, ਹਾਂ ਜਨੇਊ ਪਹਿਲਾਂ ਔਰਤ ਦੇ ਪਾਉਣਾ ਚਾਹੀਦਾ। ਤੇ ਪੰਡਤ ਹਰਦਿਆਲ ਕਹਿੰਦਾ ਔਰਤ ਲਈ ਜਨੇਊ ਨਹੀਂ ਬਣਿਆ। ਤੇ ਮਹਾਰਾਜ ਨੇ ਭਾਈ ਮਰਦਾਨੇ ਵੱਲ ਇਸ਼ਾਰਾ ਕਰ ਦਿੱਤਾ, ਮੇਰੇ ਮਿੱਤਰ ਦੇ ਪਾ ਦੋ, ਮੇਰੇ ਤੋਂ ਉਮਰ ਤੋਂ 10 ਸਾਲ ਵੱਡਾ ਹੈ, ਇਹਦੇ ਜਨੇਊ ਪਾ ਦੋ। ਕਹਿੰਦੇ ਸ਼ੂਦਰ ਲਈ ਜਨੇਊ ਨਹੀਂ ਬਣਿਆ। ਤੇ ਮਹਾਰਾਜ ਕਹਿੰਦੇ ਸਾਡੇ ਲਈ ਜਨੇਊ ਨਹੀਂ ਬਣਿਆ ਨਾ, ਚੱਕ ਆਪਦਾ ਜਨੇਊ, ਮੇਰੇ ਤਾਂ ਜਨੇਊ ਪਾਇਆ। ਉਹ ਧਰਮ ਸਿੰਘ ਜੀ ਨੇ ਆਖ ਦਿੱਤਾ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਤ, ਇਹ ਜਨੇਊ ਜੀ ਕਾ ਹਾਈ ਤਾਂ ਪਾਂਡੇ ਕੱਤ। ਹਾਈ ਦਾ ਮਤਲਬ ਜਹੇਗਾ ਤਾਂ ਪਾਂਦਿਆ, ਮੇਰੇ ਜਨੇਊ ਪਾ ਦੇ। ਪਰ ਉਹਦੇ ਕੋਲੇ ਜਨੇਊ ਨਹੀਂ ਨਿਕਲਿਆ। ਉੱਥੇ ਜਿਹੜੇ ਸ਼ੂਦਰ ਲੋਕ, ਦਲਿਤ ਲੋਕ, ਗਰੀਬ ਬੈਠੇ ਸੀ ਨਾ, ਉਹ ਬਾਬੇ ਨਾਨਕ ਨੂੰ ਕਹਿੰਦੇ ਨੇ, ਬਾਬਾ ਨਾਨਕਾ ਤੂੰ ਇੱਕ ਵਾਰੀ ਖਿੱਚ ਕੇ ਰੱਖ, ਅਸੀਂ ਤੇਰੇ ਨਾਲ ਆ। ਗੱਲ ਬੜੀ ਸੋਹਣੀ ਕੀਤੀ ਹੈ। ਜਿੰਨੀਆਂ ਔਰਤਾਂ ਸੀ ਸਾਰੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਖੜ ਗਈਆਂ। ਜਿੰਨੇ ਉੱਥੇ ਅਛੂਤ ਸ਼ੂਦਰ ਜਿਹੜੇ ਦਲਿਤ ਲੋਕ ਸੀ, ਜਿਨ੍ਹਾਂ ਲਈ ਜਨੇਊ ਨਹੀਂ ਬਣਿਆ, ਉਹ ਨਾਨਕ ਦੇ ਨਾਲ ਖੜ ਗਏ। ਪੰਡਤ ਨਿਕਲਣ ਨੂੰ ਫਿਰਦੇ ਨੇ 11 ਦੇ 11, ਪਰ ਬਾਬਾ ਨਾਨਕ ਨਹੀਂ ਨਿਕਲਣ ਦੇ ਰਹੇ। ਪਰ ਉੱਥੇ ਔਰਤਾਂ ਨਹੀਂ ਨਿਕਲਣ ਦੇ ਰਹੀਆਂ, ਉੱਥੇ ਸ਼ੂਦਰ ਲੋਕ ਨਹੀਂ ਨਿਕਲਣ ਦੇ ਰਹੇ। ਕਹਿੰਦੇ ਜਨੇਊ ਦੱਸ ਸਾਡੇ ਲਈ ਕਿਉਂ ਨਹੀਂ ਬਣਿਆ? ਓਏ ਅੱਜ ਤੱਕ ਨਹੀਂ ਬਾਬੇ ਨਾਨਕ ਦੀ ਬਾਣੀ ਨੇ ਉਹਨਾਂ ਨੂੰ ਭੱਜਣ ਦਿੱਤਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਗੱਲ ਸਿਰੇ ਹੀ ਲਾ ਦਿੱਤੀ। ਗੁਰੂ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਪੰਡਤ ਜੀ ਤੁਸੀਂ ਬੜਾ ਹੰਕਾਰ ਕਰਦੇ ਹੋ ਆਪਣੀਆਂ ਜਾਤਾਂ ਪਾਤਾਂ ਦਾ, ਵੀ ਇਹ ਜਾਤ ਪਾਤ ਇਹ ਸਾਡੀ ਬਹੁਤ ਵੱਡਾ ਗਹਿਣਾ ਹੈ, ਅਸੀਂ ਇਹ ਜਾਤ ਪਾਤ ਦੇ ਵਿੱਚ ਉੱਚੇ ਹੁੰਨੇ ਆ, ਅਸੀਂ ਬ੍ਰਾਹਮਣ ਹੁੰਨੇ ਆ। ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਂਦੇ ਹੋ, ਕਿਉਂ ਅਖਵਾਉਂਦੇ ਹੋ?
ਕਹਿੰਦੇ ਸਾਡੇ ਜਨੇਊ ਪਾਇਆ ਹੋਇਆ, ਸਾਡੇ ਸੂਤ ਜਿਹੜਾ ਪਾਇਆ ਨਾ, ਇਹਦੇ ਕਰਕੇ ਅਸੀਂ ਬ੍ਰਾਹਮਣ ਆ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕਹਿੰਦੇ ਤੁਮ ਤੋਂ ਪੜੋ ਵੇਦ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਉਹ ਪੰਕਤੀ ਆਉਂਦੀ ਹੈ ਮੇਰੇ ਦਿਮਾਗ 'ਚੋਂ, ਹੁਣ ਵਿਸਰ ਗਈ। ਉਹਦੇ ਵਿੱਚ ਆਖਦੇ ਨੇ ਹਮ ਘਰ ਸੂਤ ਤਨੈ ਨਿਤ ਤਾਨਾ। ਪੰਡਤ ਜੀ ਜੇ ਸੂਤ ਪਾਉਣ ਦੇ ਨਾਲ ਵੱਡਾ ਬ੍ਰਾਹਮਣ ਬਣਦਾ ਨਾ, ਮੇਰੇ ਘਰੇ ਦੇਖ ਸੂਤਾਂ ਦੇ ਢੇਰ ਨੇ, ਮੈਂ ਖੱਡੀਆਂ ਦਾ ਕੰਮ ਕਰਦਾ, ਦੇਖ ਮੇਰੇ ਘਰੇ ਜਾ ਕੇ ਵਿਹੜਿਆਂ ਦੇ ਵਿੱਚ ਸੂਤ ਖਿਲ ਰਿਹਾ, ਕੋਠੇ ਤੇ ਸੁੱਕਣੇ ਸੂਤ ਪਾਇਆ ਹੋਇਆ, ਮੰਜਿਆਂ ਤੇ ਸੂਤ ਪਿਆ। ਓਏ ਮੇਰੇ ਤਾਂ ਕੁਆਂਟਲਾਂ ਦੇ ਵਿੱਚ ਘਰੇ ਸੂਤ ਪਿਆ। ਜੇ ਧਾਗਾ ਪਾਉਣ ਨਾਲ ਬਣਦਾ ਨਾ, ਦੁਨੀਆ ਦਾ ਸਭ ਤੋਂ ਵੱਡਾ ਬ੍ਰਾਹਮਣ ਤਾਂ ਫਿਰ ਮੈਂ ਹੋਇਆ। ਅੱਜ ਤੱਕ ਉਹਨੂੰ ਜਵਾਬ ਨਹੀਂ ਆਇਆ। ਸੋ ਕਹਿਣ ਦਾ ਮਤਲਬ ਇਹ ਹੈ, ਗੁਰੂ ਸਾਹਿਬ ਜਿਹੜੀ ਜਾਤ ਪਾਤ ਕੱਢੀ ਆ ਨਾ, ਉਹ ਚੰਗੀ ਤਰ੍ਹਾਂ ਮਤਲਬ ਦਿਮਾਗਾਂ ਦੇ ਜਿਹੜੀ ਪਾਈ ਹੋਈ ਸੀ, ਖੂਨ ਦੇ ਜੀਨਾਂ ਦੇ ਵਿੱਚ ਰਚੀ ਹੋਈ ਸੀ, ਉਹ ਕੱਢ ਦਿੱਤੀ। ਉਹਨਾਂ ਦਾ ਹੰਕਾਰ ਬੜੇ ਕਰੜੇ ਸ਼ਬਦਾਂ ਦੇ ਵਿੱਚ ਆਖਿਆ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਆਨ ਬਾਟ ਕਾਹੇ ਨਹੀਂ ਆਇਆ। ਜਿੱਥੋਂ ਅਸੀਂ ਜਨਮ ਲਿਆ ਉੱਥੋਂ ਹੀ ਤੂੰ ਜਨਮ ਲਿਆ। ਜੇ ਤੂੰ ਉੱਚੀ ਜਾਤ ਦਾ, ਅੱਖਾਂ ਕੰਨ ਤੇ ਮੂੰਹ ਵਿੱਚੋਂ ਕਿਉਂ ਨਹੀਂ ਨਿਕਲਿਆ। ਸੋ ਇਸ ਤਰ੍ਹਾਂ ਸਾਹਿਬ ਜੀ ਨੇ ਜਾਤ ਪਾਤ ਕੀਤਾ। ਥੈਂਕ ਯੂ। So Dr. Kulwinder Singh ji, that's nice picture create ਕੀਤੀ ਹੈ ਆਪਣੇ ਗੁਰਪ੍ਰੀਤ ਸਿੰਘ ਨੇ। ਤੁਸੀਂ ਆਪਣੇ ਵਿਚਾਰ ਦੱਸੋ ਕਿ ਵੀ ਇਸੇ ਤਰ੍ਹਾਂ ਜਦੋਂ ਹੁਣ ਮਹਾਰਾਜ ਆਉਂਦੇ ਨੇ ਬਾਕੀ ਥਾਵਾਂ ਤੇ, ਜਿਵੇਂ ਹਰਿਦੁਆਰ ਵੱਲ ਗਏ ਨੇ, ਹੋਰਨਾਂ ਥਾਵਾਂ ਤੇ ਉਹਨਾਂ ਨੇ ਗਏ ਨੇ, ਸਾਰੇ ਤਾਂ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਵੀ ਭਾਈ ਤੁਸੀਂ ਆਪਣਾ ਜਿਹੜਾ ਦਿਮਾਗ ਵੀ ਵਰਤੋ। ਇਹ ਨਹੀਂ ਹੈ ਕਿ ਬਈ ਲੋਕ ਤੁਹਾਨੂੰ ਜਿਹੜੇ ਹੈਗੇ ਨੇ ਮੂਰਖ ਹੀ ਬਣਾਈ ਜਾਣ ਆਪਣੇ ਪਿੱਛੇ ਲਾ ਕੇ। ਕੀ ਖਿਆਲ ਹੈ ਤੁਹਾਡਾ? ਆਪ ਜੀ ਨੇ ਹਰਿਦੁਆਰ ਬਾਰੇ ਪੁੱਛਿਆ। ਹਰਿਦੁਆਰ ਦੀ ਇੱਕ ਬੜੀ ਇੰਪੋਰਟੈਂਟ ਜੋ ਹੈਗੀ ਹੈ ਕਿ ਸਵੇਰ ਵੇਲੇ ਸੂਰਜ ਜਦੋਂ ਚੜ੍ਹਦਾ ਹੈ, ਉਸ ਵੇਲੇ ਜੋ ਭਗਤ ਲੋਕ ਸਨ ਨਾ, ਉਹ ਸੂਰਜ ਨੂੰ ਪਾਣੀ ਦੇ ਰਹੇ ਸਨ। ਹਾਂਜੀ, ਥੋੜਾ ਜਿਹਾ ਉੱਚੀ ਬੋਲੋ। ਹਾਂਜੀ ਹਾਂਜੀ, ਉਹ ਸੂਰਜ ਨੂੰ ਪਾਣੀ ਦੇ ਰਹੇ ਸਨ। ਤੇ ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਪਹੁੰਚੇ ਸਨ। ਗੁਰੂ ਨਾਨਕ ਸਾਹਿਬ ਜਾ ਕੇ ਉਲਟ ਪਾਸੇ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਹੋ ਗਏ। ਹਾਂਜੀ, ਇਹ ਸਾਰਿਆਂ ਨੇ ਸਾਖੀ ਸੁਣੀ ਹੋਈ ਹੈ। ਤੇ ਹੁਣ ਸਾਰੇ ਸੋਚਦੇ ਆ ਵੀ ਯਾਰ ਇਹ ਬੰਦਾ ਕਿਹੋ ਜਿਹਾ ਹੈਗਾ। ਸਾਰੀ ਦੁਨੀਆ ਇੱਧਰ ਸੂਰਜ ਵੱਲ ਪਾਣੀ ਦੇ ਰਹੀ ਹੈ, ਇਹ ਪੁੱਠੇ ਪਾਸੇ ਪਾਣੀ ਦੇਈ ਜਾਂਦਾ। ਇਹ ਬੜਾ ਬੁੱਧੂ ਜਿਹਾ ਬੰਦਾ, ਇਹਨੂੰ ਕੋਈ ਸਮਝ ਨਹੀਂ ਹੈਗੀ। ਤੇ ਉਹਨੂੰ ਕਈ ਮੇਰੇ ਵਰਗੇ ਬੰਦੇ ਜਿਹੜੇ ਨਾ ਬਹੁਤੇ ਸਿਆਣੇ ਬੰਦੇ ਕਹਿਣ ਲੱਗ ਪਏ ਵੀ ਨਹੀਂ, ਪਾਣੀ ਇੱਧਰ ਦੇਣਾ। ਗੁਰੂ ਸਾਹਿਬ ਫਿਰ ਪਾਣੀ ਦੂਸਰੇ ਪਾਸੇ ਦੇਈ ਜਾਂਦੇ ਨੇ। ਸਾਖੀ ਸਾਰਿਆਂ ਨੇ ਸੁਣੀ ਹੋਈ ਹੈ। ਮੈਂ ਗੱਲ ਇਹ ਕਰਨ ਲੱਗਾ ਵਾਂ, ਜਿਸ ਤਰ੍ਹਾਂ ਗਿਆਨੀ ਧਰਮ ਸਿੰਘ ਜੀ ਨੇ ਤੇ ਵੀਰ ਗੁਰਪ੍ਰੀਤ ਸਿੰਘ ਜੀ ਨੇ ਜੋ ਵਿਸ਼ਾ ਸ਼ੁਰੂ ਕੀਤਾ ਨਾ, ਗੁਰਬਾਣੀ 'ਚ ਇੱਕ ਲਾਈਨ ਆਉਂਦੀ ਹੈ, ਕਬੀਰ ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮੈ ਨਾਸ। ਹੁਣ ਸਵਾਲ ਉੱਠਿਆ, ਪਾਣੀ ਸੂਰਜ ਨੂੰ ਦੇਣਾ ਕਿ ਖੇਤਾਂ ਨੂੰ ਦੇਣਾ? ਦੂਸਰਾ ਪਾਸੇ ਸਵਾਲ ਉੱਠਿਆ, ਜਨੇਊ ਪਾਣਾ ਕਿ ਨਹੀਂ ਪਾਣਾ? ਤੇ ਗਿਆਨੀ ਧਰਮ ਸਿੰਘ ਜੀ ਨੇ ਬੜੀ ਵਿਸ਼ਾਲ ਗੱਲ ਕੀਤੀ ਵੀ ਜੇ ਅਸੀਂ ਕਿਰਪਾਨ ਪਾ ਕੇ, ਪੰਜ ਕਕਾਰ ਪਾ ਕੇ ਉਹਨਾਂ ਦੇ ਮਗਰ ਬੈਠਾ ਮੈਸੇਜ ਨਹੀਂ ਫੋਲੋ ਕਰਦੇ, ਤੇ ਫਿਰ ਇਹਨਾਂ ਦੀ ਇੰਪੋਰਟੈਂਸ ਵੀ ਜਿਹੜੀ ਹੈ ਨਾ, ਉਹ ਹੌਲੀ ਹੌਲੀ ਸਾਨੂੰ ਭੁੱਲ ਜਾਏਗੀ। ਹਰ ਇੱਕ ਜਿਹੜਾ ਇੱਕ ਧਾਰਮਿਕ ਚਿੰਨ੍ਹ ਹੁੰਦਾ ਹੈ ਨਾ, ਉਹ ਮੈਸੇਜ ਦਿੰਦਾ ਹੈ। ਹੁਣ ਇਸੇ ਚੀਜ਼ ਦਾ ਜੋ ਮੈਂ ਅਰਥ ਕਰਾਂਗਾ ਨਾ, ਕਿ ਗਿਆਨੈ ਕਾਰਨ ਕਰਮ ਅਭਿਆਸ। ਕਰਮ ਅਭਿਆਸ ਦਾ ਮਤਲਬ ਕਰਮ ਕਾਂਡ ਵੀ ਉਹਦੇ ਵਿੱਚ ਥੋੜਾ ਬਹੁਤਾ ਆ ਜਾਂਦੇ ਨੇ। ਕਰਮ ਨਹੀਂ ਮਾੜੇ, ਕਰਮ ਦੇ ਨਾਲ ਕਾਂਡ ਕਦੋਂ ਲੱਗ ਜਾਂਦਾ? ਜਦੋਂ ਬੰਦਾ ਜੋ ਕਰ ਰਿਹਾ ਉਹਨੂੰ ਪਤਾ ਹੀ ਨਹੀਂ ਮੈਂ ਕਿਉਂ ਕਰ ਰਿਹਾ। ਜਦੋਂ ਉਹਨੂੰ ਉਹਦਾ ਰੀਜ਼ਨ ਭੁੱਲ ਜਾਂਦਾ ਹੈ ਨਾ, ਤੇ ਉਹ ਕਰਮ ਕਾਂਡ ਬਣ ਜਾਂਦਾ ਹੈ। ਕਿਉਂ? ਉਹ ਭੇਡ ਚਾਲ ਬਣ ਜਾਂਦੀ ਹੈ। ਉਹਨੂੰ ਪਤਾ ਹੀ ਨਹੀਂ ਮੈਂ ਕਿਉਂ ਕਰ ਰਿਹਾ ਵਾਂ। ਸੋ ਜਦੋਂ ਜਨੇਊ ਪਾਣਾ ਸੀ, ਜਨੇਊ ਪਾਣ ਲੱਗਿਆ ਮੈਂ ਕਹਾਂਗਾ, ਕਿਉਂਕਿ ਦੇਖੋ ਸਵਾਲ ਮਨ 'ਚ ਪੈਦਾ ਹੋਏਗਾ, ਸਾਰੀ ਦੁਨੀਆ ਦੇਖ ਰਹੀ ਹੈ। ਮੇਰੇ ਹਿੰਦੂ ਵੀਰਾਂ ਦੇ ਮਨ 'ਚ ਸਵਾਲ ਪੈਦਾ ਹੋਏਗਾ ਵੀ ਜੇ ਜਨੇਊ ਮਾੜਾ ਸੀ ਤੇ ਇਹ ਗਾਤਰਾ ਕਿਉਂ ਪਵਾਤਾ? ਰਾਈਟ। ਹੁਣ ਜੇ ਅਸੀਂ ਗਾਤਰੇ ਦੀ ਇੰਪੋਰਟੈਂਸ ਨੂੰ ਭੁੱਲ ਜਾਈਏ, ਗਾਤਰਾ ਸ੍ਰੀ ਸਾਹਿਬ ਹੈਗੀ ਹੈ ਸੈਲਫ ਡਿਫੈਂਸ ਵਾਸਤੇ ਤੇ ਗਰੀਬ ਗੁਰਬੇ ਦੀ ਰੱਖਿਆ ਵਾਸਤੇ। ਜੇਕਰ ਅਸੀਂ ਸ੍ਰੀ ਸਾਹਿਬ ਪਾ ਕੇ ਗਰੀਬ ਗੁਰਬੇ ਦੀ ਰੱਖਿਆ ਕਰਨਾ ਭੁੱਲ ਜਾਈਏ, ਤੇ ਹੌਲੀ ਹੌਲੀ ਲੋਕਾਂ ਨੂੰ ਭੁੱਲ ਜਾਏਗਾ ਵੀ ਕਿਰਪਾਨ ਦੀ ਇੰਪੋਰਟੈਂਸ ਕੀ ਹੈ। ਸਾਰਾ ਸਿੱਖ ਇਤਿਹਾਸ ਦੇਖੋ ਕਿ ਗੁਰੂ ਸਾਹਿਬਾਂ ਨੇ ਛੋਟਿਆਂ ਨੂੰ ਉੱਚਾ ਚੁੱਕਣ ਵਾਸਤੇ, ਗਰੀਬਾਂ ਵਾਸਤੇ, ਦੱਬਿਆਂ ਕੁਚਿਆਂ ਵਾਸਤੇ ਲੜਾਈਆਂ ਲੜੀਆਂ। ਐਬਸੋਲੂਟਲੀ। ਸੈਲਫ ਰਿਸਪੈਕਟ ਮੇਨਟੇਨ ਕਰਨ ਵਾਸਤੇ ਨਾ, ਹੈ ਜੀ। ਸੋ
ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਵਰਤਾਂਗੇ ਤੇ ਹੌਲੀ ਹੌਲੀ ਉਹਦੀ ਇੰਪੋਰਟੈਂਸ ਖਤਮ ਹੋ ਜਾਂਦੀ ਹੈ। ਹੁਣ ਫਿਰ ਮੈਂ ਉਸੇ ਗੱਲ ਤੇ ਆ ਜਾਂਦਾ ਵਾਂ ਵੀ ਗਿਆਨੈ ਕਾਰਨ ਕਰਮ ਅਭਿਆਸ। ਜੋ ਮੇਰਾ ਪਰਸਨਲ ਵਿਚਾਰ ਹੈ, ਗੁਰੂ ਸਾਹਿਬ ਨੇ ਜਨੇਊ ਨੂੰ ਮਾੜਾ ਨਹੀਂ ਆਖਿਆ। ਅਸੀਂ ਹਮੇਸ਼ਾ ਜਿਹੜੀ ਪੰਕਤੀ ਦੇ ਮਗਰ ਜਿਹੜਾ ਮੈਸੇਜ ਹੁੰਦਾ ਨਾ, ਉਹਨੂੰ ਕੈਚ ਕਰਨ ਦੀ ਲੋੜ ਹੁੰਦੀ ਹੈ। ਗੁਰੂ ਸਾਹਿਬ ਕਹਿਣ ਲੱਗੇ ਤੇਰਾ ਜਨੇਊ ਪਾਇਆ ਸਫਲ ਫੇਰ ਹੈ, ਜੇ ਇਸ ਜਨੇਊ ਵਿੱਚ ਕੀ ਹੋਵੇ, ਦਇਆ ਕਪਾਹ। ਜਿੱਦਾਂ ਕਪਾਹ ਦੇ ਵਿੱਚ ਜਨੇਊ ਕਪਾਹ ਦਾ ਬਣਦਾ ਹੈ ਨਾ ਪਹਿਲਾਂ ਸ਼ੁਰੂ ਤੋਂ, ਉਹਦੀ ਥਾਂ ਤੇਰੇ ਅੰਦਰ ਦਇਆ ਹੋਏਗੀ ਤੇ ਫਿਰ ਇਹ ਕਪਾਹ ਸੱਚੀ ਬਣਦੀ ਹੈ। ਤੇ ਜਿਹੜਾ ਉਹਨੂੰ ਸੂਤ ਚਾੜਦੇ ਹੋ, ਦਇਆ ਕਪਾਹ ਸੰਤੋਖ ਸੂਤ, ਜੇ ਤੇਰੇ ਅੰਦਰ ਸੰਤੋਖ ਹੋਵੇ ਤੇ ਫਿਰ ਤੇ ਇਹ ਸੂਤ ਦਾ ਪਾਣਾ ਸਹੀ ਹੈ, ਸੂਤਰ ਸਹੀ ਚੜਿਆ, ਨਹੀਂ ਤੇ ਸਹੀ ਨਹੀਂ। ਜੱਤ ਗੰਢੀ, ਤੇਰੇ ਅੰਦਰ ਜੱਤ ਤੇ ਸੱਤ ਹੋਵੇ। ਜੇ ਤੇਰੇ ਚ ਇਹ ਚੀਜ਼ਾਂ ਹੈਗੀਆਂ ਨੇ, ਜੱਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਰ। ਸਵਾਲ ਇਹ ਲੱਗਦਾ ਹੈ ਕਿ ਪਾਂਡੇ ਕੀ ਤੂੰ ਇਹਨਾਂ ਚਾਰ ਚੀਜ਼ਾਂ ਨੂੰ ਫਤਿਹ ਕਰ ਲਿਆ? ਮੈਨੂੰ ਤਾਂ ਜਨੇਊ ਪਾਉਣ ਲੱਗਾ ਕਿ ਤੇਰੇ ਅੰਦਰ ਦਇਆ ਹੈਗੀ ਹੈ, ਤੇਰੇ ਅੰਦਰ ਸੰਤੋਖ ਹੈਗਾ, ਜੱਤ ਸੱਤ ਹੈਗਾ, ਤੇ ਜੇ ਇਹ ਚੀਜ਼ਾਂ ਦੀ ਪ੍ਰਾਪਤੀ ਨਹੀਂ ਕੀਤੀ, ਜਿਹੜਾ ਪਰਪਸ ਸੀ, ਤੇ ਫਿਰ ਜਿਹੜਾ ਜਨੇਊ ਹੈ ਨਾ, ਉਹ ਇੱਕ ਸਿਰਫ ਤੇ ਸਿਰਫ ਦਿਖਾਵਾ ਰਹੇ। ਸੋ ਦਿਖਾਵਾ ਨਹੀਂ ਹੋਣਾ ਚਾਹੀਦਾ। ਹੁਣ ਗੁਰਬਾਣੀ ਕੀ ਕਹਿੰਦੀ, ਗਿਆਨੈ ਕਾਰਨ ਕਰਮ ਅਭਿਆਸ। ਸਟਾਰਟਿੰਗ ਤੇ ਜਦੋਂ ਇੱਕ ਬੱਚਾ ਛੋਟਾ ਹੈ, ਦੇਖੋ ਸਕੂਲ 'ਚ ਅਸੀਂ ਜਾਂਦੇ ਹਾਂ ਤਾਂ ਛੋਟੇ ਬੱਚੇ ਨੂੰ ਵਰਦੀ ਫਿਕਸ ਕਰਤੀ ਜਾਂਦੀ ਹੈ। ਈਵਨ ਸਕੂਲਾਂ 'ਚ ਵਰਦੀ ਦੇ ਨੰਬਰ ਦਿੰਦੇ ਆ, ਬੱਚੇ ਨੇ ਵਰਦੀ ਬੜੀ ਸਾਫ਼ ਪਾਈ ਹੈ। ਪਤਾ ਹੁੰਦਾ ਹੈ ਟੀਚਰ ਨੂੰ ਕਿ ਬੱਚੇ ਨੇ ਜਿਹੜੀ ਵਰਦੀ ਪਾਈ ਹੈ, ਇਹ ਵਰਦੀ ਤੇ ਇਹਦੇ ਮਾਤਾ ਪਿਤਾ ਨੇ ਪ੍ਰੈਸ ਕਰਕੇ ਪਾਈ ਹੈ। ਇਹਨੂੰ ਤੇ ਵਿਚਾਰੇ ਨੂੰ ਕੱਪੜੇ ਡਰੈਸ ਆਪ ਹੀ ਧੋਣਾ ਪੈਂਦਾ, ਲੇਕਿਨ ਉਹਨਾਂ ਨੂੰ ਇਨਕਰੇਜ ਕਰਨ ਵਾਸਤੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿ ਉਹਨੂੰ ਕਿਸੇ ਡਿਸਿਪਲਿਨ 'ਚ ਰਹਿਣ ਦੀ ਆਦਤ ਪਵੇ। ਪਰ ਜਿਉਂ-ਜਿਉਂ ਬੰਦਾ ਵੱਡੀਆਂ ਕਲਾਸਾਂ ਜਾਂਦਾ ਹੈ ਤੇ ਡਰੈਸ ਖਤਮ ਹੋ ਜਾਂਦੀ ਹੈ। ਠੀਕ ਹੈ ਨਾ? ਇਸੇ ਤਰ੍ਹਾਂ ਜਿਹੜੇ ਬਾਹਰੀ ਸਾਡੇ ਚਿੰਨ੍ਹ ਹੈਗੇ ਨੇ, ਬਾਹਰੀ ਚਿੰਨ੍ਹ ਦੀ ਜਿਹੜੀ ਇੰਪੋਰਟੈਂਸ ਹੈ ਸਟਾਰਟਿੰਗ ਤੇ ਬਹੁਤ ਜ਼ਿਆਦਾ ਹੈ। ਪਰ ਜੇਕਰ ਅਸੀਂ ਬਾਹਰੀ ਚਿੰਨ੍ਹਾਂ ਤੇ ਹੀ ਅੜੇ ਰਹੀਏ ਤੇ ਜਿਹੜਾ ਉਹਨਾਂ ਦੇ ਅੰਦਰ ਬੈਠਾ ਅਸਲੀ ਮੈਸੇਜ ਹੈ, ਸੁਣਿਆ ਹੈਗਾ, ਉਹਨੂੰ ਕੈਚ ਨਾ ਕਰੀਏ, ਤੇ ਫਿਰ ਉਹ ਹੌਲੀ ਹੌਲੀ ਜਿਹੜੇ ਚਿੰਨ੍ਹ ਨੇ ਨਾ, ਉਹ ਸਿਰਫ ਇੱਕ ਦਿਖਾਵਾ ਤੇ ਇੱਕ ਕਰਮ ਕਾਂਡ ਬਣ ਕੇ ਰਹਿ ਜਾਂਦੇ। ਸੋ ਗੁਰੂ ਨਾਨਕ ਸਾਹਿਬ ਨੇ ਇਸ ਵਾਸਤੇ ਕਿਹਾ ਕਿ ਮੈਨੂੰ ਉਹ ਜਨੇਊ ਪਾ, ਮੇਰੇ ਸ਼ੁਭ ਗੁਣਾ ਨਾ ਇਹ ਟੁੱਟੈ, ਨਾ ਮਨ ਲੱਗੈ, ਨਾ ਇਹ ਜਲੇ ਨਾ ਜਾਏ। ਇਹ ਜਦੋਂ ਮੇਰੇ 'ਚ ਸ਼ੁਭ ਗੁਣ ਆ ਜਾਣਗੇ ਨਾ, ਫਿਰ ਮੇਰਾ ਜਨੇਊ ਕਦੇ ਟੁੱਟੇਗਾ ਨਹੀਂ, ਨਾ ਮੈਲਾ ਹੋਏਗਾ, ਨਾ ਇਹ ਸਾੜਿਆ ਸੜੇਗਾ, ਤੇ ਨਾ ਇਹ ਕਦੇ ਵਿਨਾਸ਼ ਹੋਏਗਾ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਸੋ ਮੈਸੇਜ ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮੈ ਨਾਸ। ਹੌਲੀ ਹੌਲੀ ਜਦੋਂ ਤੁਹਾਨੂੰ ਗਿਆਨ ਹੋ ਜਾਂਦਾ ਹੈ ਤੇ ਫਿਰ ਤੁਸੀਂ ਅਸਲੀਅਤ ਨਾਲ ਜੁੜ ਜਾਂਦੇ ਹੋ। ਜਨੇਊ ਨੇ ਜਿਸ ਚੀਜ਼ ਨਾਲ ਜੋੜਨਾ ਸੀ, ਪੰਜ ਕਕਾਰਾਂ ਨੇ ਜਿਸ ਚੀਜ਼ ਨਾਲ ਜੋੜਨਾ ਸੀ, ਤੁਸੀਂ ਉਹਨਾਂ ਨਾਲ ਜੁੜ ਜਾਂਦੇ ਹੋ। ਜਦੋਂ ਜੁੜ ਜਾਂਦੇ ਹੋ ਤਾਂ ਕਰਮੈ ਨਾਸ। ਫਿਰ ਇਹਨਾਂ ਚੀਜ਼ਾਂ ਨੂੰ ਤੁਸੀਂ ਪਾਉਂਦੇ ਹੋ, ਲੇਕਿਨ ਰਿਐਲਿਟੀ ਕੀ ਹੈ? ਕਿ ਬਾਹਰੋਂ ਅੰਦਰ ਜਾਣਾ ਹੈ। ਜਨੇਊ ਬਾਹਰਲੀ ਚੀਜ਼ ਹੈ, ਫਿਜ਼ੀਕਲ ਚੀਜ਼ ਤੋਂ ਅਸੀਂ ਹੌਲੀ ਹੌਲੀ ਮਨ ਤੇ ਹੌਲੀ ਹੌਲੀ ਆਤਮਾ ਤੇ ਪਹੁੰਚਣਾ। ਜਿੱਦਾਂ ਗੁਰਬਾਣੀ ਚਾਹੁੰਦਾ ਨਾ, ਜੋਗੀ ਜਤੀ ਨਾਰਦ ਮੁਨ ਸਿੱਖਾ। ਉਹ ਕਹਿੰਦੇ ਜੋਗੀ ਜਤੀ ਤੇ ਨਾਰਦ ਮੁਨੀ ਦੁਨੀਆ ਪੂਜਦੀ ਇਹਨਾਂ ਨੂੰ, ਪਰ ਗੁਰਬਾਣੀ ਕੀ ਕਹਿੰਦੀ ਹੈ? ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ। ਉਹ ਕਹਿੰਦੇ ਤਨ ਤੱਕ ਹੀ ਸੀਮਤ ਨੇ, ਬਾਹਰ ਤੱਕ, ਕਿ ਬਾਹਰਲੇ ਇਹਨਾਂ ਦੇ ਜਿਹੜੇ ਚਿੰਨ੍ਹ ਨੇ ਬਹੁਤ ਵੱਡੇ ਨੇ, ਲੇਕਿਨ ਅੰਦਰਲਾ ਜਿੱਥੇ ਮਨ ਤੇ ਪਹੁੰਚਣਾ ਸੀ ਉੱਥੇ ਨਹੀਂ ਪਹੁੰਚੇ। ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ, ਇਸ ਤਨ ਮੈਂ ਮਨ ਕੋਈ ਗੁਰਮੁਖ ਦੇਖੇ। ਜਿਹੜਾ ਗੁਰੂ ਦੇ ਨਾਲ ਜੁੜਿਆ ਰਹੇਗਾ ਅੰਦਰੋਂ ਖਾਤੇ, ਗੁਰੂ ਦੇ ਵੱਲ ਜਿਹਦਾ ਮੁੱਖ ਹੋਏਗਾ, ਉਹਨੂੰ ਮਨ ਤੱਕ ਪਹੁੰਚਣਾ ਹੈ, ਤੇ ਮਨ ਤੋਂ ਬਾਅਦ ਅਸੀਂ ਆਤਮਾ ਤੇ ਪਹੁੰਚਣਾ, ਜਿਹੜਾ ਅਸਲੀ ਮੈਸੇਜ ਹੈ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਹਾਂਜੀ, ਥੈਂਕ ਯੂ ਗਿਆਨੀ ਜੀ। ਤਾਂ ਹਾਂਜੀ। ਬਹੁਤ ਸੋਹਣੇ ਵਿਚਾਰ ਹੋ ਰਹੇ ਨੇ ਇੱਥੇ, ਤੇ ਤੁਸੀਂ ਦੱਸੋ ਕਿ ਬਈ ਇਹ ਜਿਹੜੀਆਂ ਚੀਜ਼ਾਂ ਨੇ, ਗੁਰੂ ਨਾਨਕ ਸਾਹਿਬ ਜਦੋਂ ਕਹਿੰਦੇ ਆ ਨੀਚੋਂ ਅੰਦਰ ਨੀਚ, ਨੀਚੂ ਅਤ ਨੀਚ, ਜਿਸ ਤਰ੍ਹਾਂ ਕਰਕੇ ਸ਼ਬਦ ਆਉਂਦੇ ਨੇ, ਜਾਂ ਨਾਨਕ ਨੀਚ ਕਹੈ ਵਿਚਾਰ, ਜਾਂ ਨਾਨਕ ਦਾਸ, ਜਾਂ ਨਾਨਕ ਸ਼ਾਇਰ, ਇਸ ਤਰ੍ਹਾਂ ਦੇ ਸ਼ਬਦ ਵਰਤੇ ਨੇ। ਉਹ ਆਪਣੇ ਆਪ ਨੂੰ ਕਿਵੇਂ ਮਤਲਬ ਨਿਮਰਤਾ ਦੇ ਨਾਲ ਉਹ ਅੱਗੇ ਪੇਸ਼ ਹੁੰਦੇ ਨੇ ਤੇ ਵਿਚਾਰ ਆਪਣੇ ਪ੍ਰਗਟ ਕਰਦੇ ਨੇ, ਜਦੋਂ ਕਿ ਉਹ ਇੱਕ ਰੱਬ ਦਾ ਰੂਪ ਸੀ ਸਾਡੇ ਲਈ। ਤਾਂ ਹੈ ਨੀ, ਕੁਝ ਆਪਣੇ ਵਿਚਾਰ ਦੱਸੋ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਦੋਂ ਅਸੀਂ ਉਹਨਾਂ ਦੀ ਪਾਵਨ ਬਾਣੀ ਚੋਂ ਦਰਸ਼ਨ ਕਰਦੇ ਹਾਂ
ਤੇ ਬਾਰ-ਬਾਰ ਸਿਰ ਝੁਕਦਾ, ਕਿਉਂਕਿ ਇੱਕ ਪੱਖ ਨਹੀਂ, ਜੇ ਸਾਰੀ ਦੁਨੀਆ ਦੇ ਵਿਦਵਾਨ ਬੈਠ ਕੇ ਵੀ ਵਿਚਾਰਾਂ ਕਰਨ ਲੱਗ ਜਾਣ ਤੇ ਸ਼ਾਇਦ ਤਾਂ ਵੀ ਉਹਨਾਂ ਦੇ ਅੰਦਰ ਆਤਮੇ ਤੱਕ ਨਾ ਪਹੁੰਚਿਆ ਜਾ ਸਕੇ। ਡਾਕਟਰ ਸਾਹਿਬ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਬਹੁਤ ਸ਼ਾਨਦਾਰ ਕੀਤੀਆਂ, ਵੀਰ ਗੁਰਪ੍ਰੀਤ ਸਿੰਘ ਜੀ ਨੇ ਵੀ, ਆਪ ਜੀ ਵੀ। ਤੇ ਮੈਂ ਥੋੜਾ ਜਿਹਾ ਡਾਕਟਰ ਸਾਹਿਬ ਜੀ ਦੀ ਗੱਲ ਦਾ ਹੋਰ ਅੱਗੇ ਕਰਨਾ ਚਾਹੁੰਦਾ, ਕਿਉਂਕਿ ਬਹੁਤ ਚੰਗਾ ਲੱਗਿਆ। ਕਿਉਂਕਿ ਸਾਡੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ਾਂ ਕਰ ਦਿੱਤੀਆਂ ਵੀ ਇਹ ਨਹੀਂ ਆ ਵੀ ਜੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਉਹਨਾਂ ਨਾਲ ਪਿਆਰ ਕਰਨਾ ਆ ਤੇ ਵੀ ਸਾਡੀ ਨਫ਼ਰਤ ਜਿਹੜੀ ਆ ਉਹ ਬ੍ਰਾਹਮਣਾਂ ਨਾਲ ਤੇ ਖੱਤਰੀਆਂ ਨਾਲ ਹੋ ਜੇ, ਐਸਾ ਨਹੀਂ ਆ। ਕਿਉਂਕਿ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੱਤਾ। ਉਹਨਾਂ ਨੇ ਜਦੋਂ ਕੀਤੇ ਪ੍ਰਚਾਰਕ ਦੌਰੇ ਤੇ ਉਹਨਾਂ ਵਿੱਚ ਉਹਨਾਂ ਨੇ ਭਗਤ ਰਾਮਾਨੰਦ ਜੀ ਜਿਹੜੇ ਬ੍ਰਾਹਮਣ ਸੀਗੇ ਉਹਨਾਂ ਦੀ ਬਾਣੀ ਵੀ ਇਕੱਤਰ ਕੀਤੀ। ਭਗਤ ਜੈਦੇਵ ਜੀ ਉਹ ਵੀ ਬ੍ਰਾਹਮਣ ਸੀਗੇ, ਉਹਨਾਂ ਦੀ ਬਾਣੀ ਵੀ ਇਕੱਤਰ ਕੀਤੀ, ਕਿਉਂਕਿ ਉਹਨਾਂ ਦੇ ਵੇਖਿਆ ਕਿ ਬਾਬਾ ਰਾਮਾਨੰਦ ਜੀ ਐਸੇ ਸੀਗੇ ਜਿਨ੍ਹਾਂ ਦੇ ਸਭ ਤੋਂ ਵੱਧ ਜਿਹੜੇ ਚੇਲੇ ਮਸ਼ਹੂਰ ਹੋਏ, ਬਾਬਾ ਕਬੀਰ ਜੀ, ਭਗਤ ਰਵਿਦਾਸ ਜੀ, ਇਸ ਤਰ੍ਹਾਂ ਅਨੇਕਾਂ ਜਿਹੜੇ ਸੀਗੇ ਉਹ ਉਹਨਾਂ ਦੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਅੰਕਿਤ ਆ। ਤੇ ਇੱਥੇ ਮਕਸਦ ਸਿਰਫ ਇਹ ਆ ਕਿ ਮਨੁੱਖ ਜਿਹੜਾ ਮਨੁੱਖਤਾ ਨੂੰ ਜਾਣਦਾ, ਇਨਸਾਨੀਅਤ ਨੂੰ ਜਾਣਦਾ, ਉਹ ਮਹਾਨ ਆ। ਉਹ ਭਾਵੇਂ ਕਿਸੇ ਵੀ ਜਾਤ ਤੋਂ, ਕਿਸੇ ਮਜ਼ਹਬ ਚੋਂ ਕਿਤੇ ਵੀ ਹੋਵੇ। ਤੋ ਜਿਹੜੀ ਗੱਲ ਆਪ ਜੀ ਨੇ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜਾ ਸਾਨੂੰ ਉਪਦੇਸ਼ ਦਿੱਤਾ ਆ, ਉਹਦੇ ਵਿੱਚ ਉਹਨਾਂ ਨੇ ਪਹਿਲੇ ਵੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਉਹਨਾਂ ਨੇ ਕਿਹਾ ਉਹਨੂੰ ਪ੍ਰੈਕਟੀਕਲ ਤੌਰ ਤੇ ਉਹਨਾਂ ਨੇ ਜੀਵਿਆ। ਗੱਲ ਚੱਲਦੀ ਸੀਗੀ ਹਰਿਦੁਆਰ ਦੀ। ਹਰਿਦੁਆਰ ਇੱਕ ਹੋਰ ਬੜੀ ਪਿਆਰੀ ਘਟਨਾ ਵਾਪਰੀ, ਜਦੋਂ ਗੁਰੂ ਸਾਹਿਬ ਉੱਥੇ ਲਾਗੇ ਕੋਈ ਪੰਡਿਤ ਸੀਗਾ ਜਿਹੜਾ ਬੜਾ ਸੋਚ ਭੇਟ ਰੱਖਦੇ ਆ ਵੀ ਲੱਕੜੀਆਂ ਵੀ ਧੋ ਕੇ, ਲੀਕਾਂ ਕੱਢ ਕੇ, ਮੰਤਰ ਪੜ੍ਹ ਕੇ ਵੀ ਰੋਟੀ ਬਣਾਉਣੀ ਆ। ਤੇ ਉਹ ਚੁੱਲ੍ਹਾ ਵੀ ਨਿੱਤ ਨਵਾਂ, ਤੇ ਉਹ ਕਹਿੰਦੇ ਨੇ ਵੀ ਇਹੋ ਜਿਹਾ ਹੋ ਗਿਆ ਵੀ ਉਹ ਚੁੱਲ੍ਹਾ ਪੁੱਟਣ ਲੱਗਾ ਤੇ ਥੱਲਿਓਂ ਹੱਡੀਆਂ ਨਿਕਲੀਆਂ, ਦੂਸਰੇ ਥਾਂ ਤੋਂ ਤੀਸਰੇ ਥਾਂ ਤੋਂ ਖਿੱਝ ਗਿਆ ਉਹ ਵੀ ਕਿਤੋਂ ਵੀ ਚੱਜ ਦਾ ਨਾ ਲੱਭਿਆ। ਜਦੋਂ ਮਿਲਿਆ ਹੀ ਤੇ ਲੀਕਾਂ ਲਾਕਾਂ ਮਾਰ ਕੇ ਤੇ ਲੱਕੜੀਆਂ ਧੋ ਕੇ ਅੰਦਰ ਰੱਖ ਲਈਆਂ। ਜਦੋਂ ਬਣਾਉਣ ਲੱਗਾ ਤੇ ਗੁਰੂ ਨਾਨਕ ਦੇਵ ਜੀ ਤੇ ਪ੍ਰੈਕਟੀਕਲ ਹੀ ਕਰਦੇ ਸੀਗੇ, ਭਾਈ ਮਰਦਾਨਾ ਜੀ ਨੂੰ ਭੇਜ ਦਿੱਤਾ ਵੀ ਜਾ ਉੱਥੋਂ ਅੱਗ ਲੈ ਕੇ ਆ। ਤੇ ਭਾਈ ਮਰਦਾਨਾ ਜੀ ਨੂੰ ਸਾਥੀ ਵੀ ਇਸ ਕਰਕੇ ਬਣਾਇਆ ਵੀ ਉਹ ਇਸ਼ਾਰਾ ਬੜੀ ਛੇਤੀ ਸਮਝਦੇ ਸੀ। ਭਾਈ ਮਰਦਾਨਾ ਜੀ ਨੇ ਜਾ ਕੇ ਜਦੋਂ ਅੱਗ ਮੰਗੀ ਤੇ ਉਹਦਾ ਪਰਛਾਵਾਂ ਜਿਹੜਾ ਸੀਗਾ ਉਹ ਉਹਦੇ ਚੌਂਕੇ 'ਚ ਚਲੇ ਗਿਆ। ਤੇ ਪੰਡਿਤ ਦਾ ਤੇ ਸਾਰਾ ਪਾਰਾ ਜਿਹੜਾ ਚੜ ਗਿਆ ਵੀ ਇਹ ਇੰਨੀ ਮਿਹਨਤ ਕਰਕੇ ਤੇ ਹੁਣ ਮੇਰਾ ਚੁੱਲ੍ਹਾ ਪਿੱਟਿਆ ਗਿਆ, ਪਰਛਾਵਾਂ ਅੰਦਰ ਆ ਗਿਆ। ਉਹ ਬਲਦੀ ਹੋਈ ਅੱਗ ਲੈ ਕੇ ਉਹ ਚੋਰ ਕਹਿੰਦੇ ਆ ਤੇ ਉਹਦੇ ਮਗਰ ਭੱਜਾ। ਭਾਈ ਮਰਦਾਨਾ ਜੀ ਨੂੰ ਉਹਨੇ ਕਿੱਥੋਂ ਫੜ ਲੈਣਾ ਸੀ, ਉਹ ਗੁਰੂ ਨਾਨਕ ਦੇਵ ਜੀ ਕੋਲ ਚਲੇ ਗਿਆ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਪੰਡਿਤ ਜੀ ਇੰਨੇ ਵੀ ਕਿਉਂ ਤੁਸੀਂ ਗੁੱਸੇ 'ਚ ਹੋ, ਵੀ ਕਾਰਨ ਕੀ ਹੋਇਆ? ਕਹਿੰਦੇ ਤੇਰੇ ਆ ਸਾਥੀ ਸ਼ੂਦਰ ਨੇ ਮੇਰਾ ਚੁੱਲ੍ਹਾ ਪੇਟਤਾ। ਗੁਰੂ ਜੀ ਕਹਿੰਦੇ ਅੰਦਰ ਚਲੇ ਗਿਆ ਸੀ? ਕਹਿੰਦੇ ਨਹੀਂ। ਕਹਿੰਦੇ ਇਹਦਾ ਪਰਛਾਵਾਂ ਅੰਦਰ ਆਇਆ। ਤੇ ਗੁਰੂ ਜੀ ਨੇ ਉੱਥੇ ਵੀ ਫਿਰ ਉਹਨੂੰ ਉਪਦੇਸ਼ ਦਿੱਤਾ ਸੀ ਵੀ ਦੇਖ, ਜੇ ਇੱਕ ਸ਼ੂਦਰ ਦੇ ਪਰਛਾਵੇਂ ਦੇ ਨਾਲ ਅੰਦਰ ਜਾਂਦਾ ਤੇ ਆਪਣੇ ਅੰਦਰ ਵੇਖ ਵੀ ਕਿੰਨੇ ਸ਼ੂਦਰ ਬੈਠੇ ਆ ਕਿ ਕੋ ਬੁੱਧ ਡੂਮਣੀ, ਕੋ ਦਇਆ ਕਸਾਇਣ, ਪਰ ਨਿੰਦਾ ਘੱਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ। ਇਹ ਤੇ ਸਾਰੇ ਅੰਦਰ ਬੈਠੇ ਨੇ। ਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪ੍ਰੈਕਟੀਕਲ ਤੌਰ ਤੇ ਵੀ ਮਨੁੱਖ ਦੀ ਜਾਤ ਮਨੁੱਖ ਆ, ਜਾਣੋ ਜੋਤ ਨਾ ਪੁੱਛੋ ਜਾਤੀ, ਆਗਾ ਜਾਤ ਨਾ ਹੈ, ਹੇ ਸਭ ਮਹਿ ਜੋਤ ਜੋਤ ਹੈ ਸੋਏ, ਇਸ ਦਾ ਚਾਨਣ ਸਭ ਮਹਿ ਚਾਨਣ ਹੋਏ। ਥੈਂਕ ਯੂ। ਸੋ ਉਪਦੇਸ਼ ਉਹਨਾਂ ਨੇ ਤਾਂ ਏਕਤਾ ਦਾ ਦਿੱਤਾ। ਆਪਣਾ ਪਛਾਣੋ ਵੀ ਉਹਦੀ ਜਿਹੜੀ ਅਕਾਲ ਪੁਰਖ ਦੀ ਹੈ ਜਿਹੜੀ ਰੋਸ਼ਨੀ ਉਹ ਸਭ ਦੇ ਵਿੱਚ ਦੇਖੋ ਪ੍ਰਗਟ ਹੋਈ, ਬਜਾਏ ਇਹਦੇ ਕਿ ਜਾਤਾਂ ਪਾਤਾਂ ਦੇ ਵਿੱਚ, ਉੱਚੇ ਨੀਵੇਂ ਵਿੱਚ, ਆਦਮੀ ਔਰਤ ਦੇ ਵਿੱਚ, ਇਹਨਾਂ ਚੀਜ਼ਾਂ ਦੇ ਖਿਆਲਾਂ ਦੇ ਵਿੱਚ ਤੁਸੀਂ ਐਵੇਂ ਡੁੱਬੇ ਰਹੋ, ਹੈ ਨੀ? ਹਾਂਜੀ ਗੁਰਪ੍ਰੀਤ ਸਿੰਘ, ਤੁਹਾਡੇ ਖਿਆਲ ਅਨੁਸਾਰ? ਬਿਲਕੁਲ ਜੀ, ਬਿਲਕੁਲ। ਵੈਸੇ ਸਾਡੇ ਮਾਣਯੋਗ ਡਾਕਟਰ ਸਾਹਿਬਾਨ ਜੀ ਅਤੇ ਧਰਮ ਸਿੰਘ ਜੀ ਨੇ ਬਹੁਤ ਸਾਰੇ ਪੱਖ ਕਲੀਅਰ ਕਰ ਦਿੱਤੇ। ਜਿਹੜਾ ਹੰਕਾਰ ਹੈ ਨਾ, ਜਾਤੀ ਦਾ ਹੰਕਾਰ, ਉਹ ਛੋਟੀ ਜਾਤੀ ਦਾ ਵੀ ਹੋ ਸਕਦਾ, ਉਹ ਵੱਡੀ ਜਾਤੀ ਦਾ ਵੀ ਹੋ ਸਕਦਾ। ਜਿਹੜੀ ਚੋਰੀ ਹੈ ਨਾ,
ਉਹ 1 ਲੱਖ 1 ਕਰੋੜ ਰੁਪਏ ਦੀ ਵੀ ਚੋਰੀ ਕਹਿਲਾਏਗੀ ਔਰ 1 ਰੁਪਏ ਦੀ ਵੀ ਚੋਰੀ ਕਹਿਲਾਏਗੀ। ਕੋਈ ਜਵਾਕ ਤੁਰਿਆ ਜਾਂਦਾ ਹੋਵੇ, ਉਹਦੀ ਜੇਬ 'ਚੋਂ 1 ਰੁਪਇਆ ਡਿੱਗ ਜੇ ਤੇ ਅਸੀਂ ਪੈਰ ਧਰ ਕੇ ਖੜ ਜਾਈਏ ਨਾ, ਉਹ ਚੋਰੀਓ ਗਿਣੀ ਜਾਏਗੀ, ਕਿਉਂਕਿ ਅਸੀਂ ਉਹ ਬੱਚੇ ਦਾ ਹੱਕ ਮਾਰ ਰਹੇ ਹਾਂ। ਇਸੇ ਤਰ੍ਹਾਂ ਜਿਹੜਾ ਹੰਕਾਰ ਹੈ, ਜੇ ਆਪਾਂ ਕਹਿੰਦੇ ਆ ਨਾ ਵੀ ਉਹ ਉੱਚੀ ਜਾਤ ਦਾ ਹੰਕਾਰ ਕਰ ਰਹੇ ਹਾਂ, ਤਾਂ ਗੁਰੂ ਸਾਹਿਬ ਸਾਨੂੰ ਇਹ ਵੀ ਸਮਝਾ ਰਹੇ ਨੇ ਕਿ ਤੂੰ ਆਪਣੀ ਨੀਵੀਂ ਜਾਤ ਦਾ ਨਾ ਹੰਕਾਰ ਕਰੀ ਚੱਲੀ, ਕਿਉਂਕਿ ਸਾਡੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਵੀ ਮੈਂ ਫਲਾਨੀ ਜਾਤ ਦਾ, ਮੈਂ ਢੈਮਕੀ ਜਾਤ ਦਾ। ਜਿੱਥੇ ਜੇ ਬ੍ਰਾਹਮਣ ਨੂੰ ਕਿਹਾ ਨਾ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਸਾਨੂੰ ਵੀ ਗੁਰੂ ਨਾਨਕ ਖੜਾ ਕਰ ਲੈਂਦੇ ਨੇ। ਇਹ ਸਵਾਲ ਸਾਡੇ ਤੇ ਵੀ ਆ, ਇਹ ਇਕੱਲੇ ਬ੍ਰਾਹਮਣ ਭਾਈ ਨਹੀਂ, ਇਹ ਸਾਰਿਆਂ ਤੇ ਸਵਾਲ ਕੀਤਾ ਹੈ ਸਮੇਤ ਮੇਰੇ। ਸੋ ਇਹ ਪੱਖ ਨੂੰ ਗੁਰਬਾਣੀ ਦਾ ਸਮਝਣਾ ਚਾਹੀਦਾ। ਸੋ ਬਹੁਤ ਸਾਰੇ ਪੱਖ ਕਲੀਅਰ ਕੀਤੇ। ਇੱਥੇ ਇੱਕ ਮੈਂ ਛੋਟੀ ਜਿਹੀ ਹੋਰ ਬੇਨਤੀ ਕਰਦੇ ਆ। ਕਈ ਵਾਰੀ ਸਵਾਲ ਉੱਠਦਾ ਬਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਚਮਾਰ ਸ਼ਬਦ ਵਰਤਿਆ ਗਿਆ, ਜੁਲਾਹਾ ਸ਼ਬਦ ਵਰਤਿਆ ਗਿਆ, ਜਿਵੇਂ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵਾ ਵਰਤਿਆ ਗਿਆ ਨਾ। ਉਹ ਤਾਂ ਭੱਲਿਆਂ ਦੀ ਕੁੱਲ ਦੇ ਵਿੱਚੋਂ ਸਨ, ਸੋਢੀ ਕੁੱਲ ਦੇ ਵਿੱਚੋਂ ਸਨ ਨਾ, ਬੈਠਾ ਸੋਢੀ ਸੱਤ ਪੰਕਤੀ ਵਿਸਰ ਗਈ, ਉਹਦੇ ਵਿੱਚ ਬੈਠਾ ਸੋਢੀ ਪਾਤਸ਼ਾਹ। ਹਾਂਜੀ, ਉਹਦੇ ਵਿੱਚ ਮਤਲਬ ਕਲੀਅਰ ਕੀਤਾ ਗਿਆ, ਇਹ ਸਪਸ਼ਟ ਕੀਤਾ ਗਿਆ ਬਈ ਇਹ ਅਸਲ ਦੇ ਵਿੱਚ ਜੁਲਾਹਾ ਕੌਣ ਹੈ, ਉਹਦੇ ਵਿੱਚ ਚਮਾਰ ਕੌਣ ਹੈ, ਇਹ ਗੁਰੂ ਸਾਹਿਬ ਜੀ ਨੇ ਕਲੀਅਰ ਕਰ ਦਿੱਤਾ, ਸਪਸ਼ਟ ਕਰ ਦਿੱਤਾ। ਪਰ ਕਈ ਲੋਕ ਇਸ ਨੂੰ ਆਪਣੇ ਨਾਲ ਲਾ ਦਿੰਦੇ ਨੇ। ਕਈ ਕਹਿਣਗੇ ਜੀ ਦੇਖੋ ਗੁਰਬਾਣੀ ਦੇ ਵਿੱਚ ਚਮਾਰ ਲਿਖਿਆ, ਅਸੀਂ ਤਾਂ ਚਮਾਰ ਖਵਾਵਾਂਗੇ, ਗੁਰਬਾਣੀ ਚ ਵਿੱਚ ਜੁਲਾਹਾ ਲਿਖਿਆ, ਅਸੀਂ ਤਾਂ ਜੁਲਾਹਾ ਖਵਾਵਾਂਗੇ। ਗੁਰਬਾਣੀ ਤਾਂ ਕਹਿੰਦੀ ਹੈ, ਆਪ ਜ਼ਿਕਰ ਕਰਦੀ ਹੈ ਜਾਤਾਂ ਪਾਤਾਂ ਦਾ, ਪਰ ਨਹੀਂ, ਉੱਥੇ ਗੁਰਬਾਣੀ ਨੇ ਕਲੀਅਰ ਕਰ ਦਿੱਤਾ, ਸਪਸ਼ਟ ਕਰ ਦਿੱਤਾ ਵੀ ਜੇ ਜੁਲਾਹਾ ਕਹਾਉਣਾ ਨਾ, ਜੁਲਾਹਾ ਗੁਰੂ ਕਬੀਰ ਜੀ ਨੇ ਤਾਂ ਕਹਾਇਆ ਕਿਉਂਕਿ ਗੁਰੂ ਕਬੀਰ ਜੀ ਨੇ ਇਹ ਪ੍ਰਤੱਖ ਦਿਖਾ ਦਿੱਤਾ, ਇਹ ਲੋਕਾਂ ਨੂੰ ਸਮਝਾ ਦਿੱਤਾ, ਮੈਂ ਕੱਲਾ ਜੁਲਾਹਾ ਨਹੀਂ, ਪੂਰੀ ਕਾਇਨਾਤ ਸਮੇਤ ਰੱਬ ਜੁਲਾਹਾ ਹੈ। ਕਹਿੰਦੇ ਮੈਂ ਤਾਣੀ ਬਾਣੀ ਬੁਣਦਾ, ਮੈਂ ਆਪਣੀਆਂ ਖੱਡੀਆਂ ਬੁਣਦਾ, ਮੈਨੂੰ ਜੁਲਾਹਾ ਕਹਿੰਦੇ ਹੋ? ਕਹਿੰਦੇ ਤੁਸੀਂ ਕਿਹੜਾ ਨਹੀਂ ਖੱਡੀਆਂ ਬੁਣਦੇ, ਝੂਠ ਦੀਆਂ ਖੱਡੀਆਂ ਤੁਸੀਂ ਬੁਣਨ ਲੱਗੇ ਹੋਏ ਹੋ, ਵਿਸ਼ਵ ਕਰਨ ਦੀਆਂ ਖੱਡੀਆਂ ਤੁਸੀਂ ਬੁਣਨ ਲੱਗੇ ਹੋਏ ਹੋ, ਹਨਾ। ਤੇ ਨਫ਼ਰਤਾਂ ਦਾ ਜਿਹੜਾ ਸੂਤ ਚੱਕੀ ਫਿਰਦੇ ਹੋ ਤੁਸੀਂ ਜੁਲਾਹੇ ਨਾਲੋਂ ਘੱਟ ਹੋ। ਜਾਣੀ ਦੀ ਚੰਗਾ ਜਾਂ ਮਾੜਾ ਜੁਲਾਹਾ, ਉਹਦਾ ਪੱਖ ਆਪਾਂ ਬਾਅਦ ਵਿੱਚ ਲੈਣਾ। ਪਹਿਲਾਂ ਇਹ ਦੱਸੋ, ਮੈਂ ਕੰਮ ਕਰਦਾ ਸਰੀਰਕ ਤੌਰ ਤੇ, ਕੀ ਤੁਸੀਂ ਅੰਦਰ ਖਾਤੇ ਤੌਰ ਤੇ ਉਹ ਕੰਮ ਕਰਦੇ ਨਹੀਂ? ਤਾਣਾ ਬਾਣਾ ਤਾਂ ਤੁਸੀਂ ਵੀ ਕਰਦੇ ਹੋ ਨਾ। ਤੇ ਉਹੀ ਉਸੇ ਤਰ੍ਹਾਂ ਹੀ ਚਮਾਰ ਦੀ ਗੱਲ ਆਖੀ ਆ, ਕਹਿੰਦੇ ਜੇ ਮੈਨੂੰ ਚੰਮ ਦੇ ਨਾਲ ਜਾਰੀ ਲਾਉਣ ਵਾਲੇ ਨੂੰ ਚਮਿਆਰ ਆਖਿਆ ਗਿਆ, ਫਿਰ ਤੁਸੀਂ ਦੱਸੋ ਮੈਨੂੰ ਤੁਹਾਡੀ ਚੰਮ ਨਾਲ ਜਾਰੀ ਨਹੀਂ? ਤੁਸੀਂ ਆਪਣੇ ਚੰਮ ਨੂੰ ਪਿਆਰ ਨਹੀਂ ਕਰਦੇ। ਤੁਸੀਂ ਵੇਖੋ, ਜੇ ਸਾਡੇ ਕੋਲ ਕੋਈ ਪਸ਼ੂ ਭੱਜ ਕੇ ਆਵੇ ਜਾਂ ਕੋਈ ਪੰਛੀ ਆਵੇ ਨਾ, ਅਸੀਂ ਜਦੋਂ ਮਾੜਾ ਜਾਂ ਥੱਲੇ ਬੱਟਾ ਚੁੱਕੀਏ ਤਾਂ ਉਹ ਜਾਨਵਰ ਭੱਜ ਜਾਂਦਾ, ਉਹ ਪੰਛੀ ਉੱਡ ਜਾਂਦਾ। ਕਿਉਂ? ਉਹਨੂੰ ਦੇਹ ਨਾਲ ਪਿਆਰ ਆ ਵੀ ਉਹ ਮੇਰੀ ਸਰੀਰ ਦੇ ਉੱਤੇ ਚੋਟ ਨਾ ਮਾਰ ਦੇਵੇ। ਅੱਛਾ, ਦੇਹ ਨੂੰ ਪਿਆਰ ਕਰਨ ਵਾਲੇ ਨੂੰ ਚਮਿਆਰ ਆਖਦੇ ਹੋ, ਤਾਂ ਪਸ਼ੂ ਪੰਛੀ ਵੀ ਚਮਿਆਰ ਨੇ। ਇਹ ਤਾਂ ਦਰਖਤ ਵੀ ਇੱਥੇ ਕਈ ਵਾਰੀ ਰੋ ਪੈਂਦੇ ਨੇ। ਰੋਣ ਦਾ ਮਤਲਬ ਇਹ ਆ ਵੀ ਦਰਖਤ ਨੂੰ ਵੀ ਦਰਦ ਮਹਿਸੂਸ ਹੁੰਦਾ ਜਦੋਂ ਅਸੀਂ ਦਰਖਤ ਨੂੰ ਕੱਟਦੇ ਹਾਂ, ਕਿਉਂਕਿ ਉਹਨੂੰ ਵੀ ਆਪਣੀ ਦੇਹ ਨਾਲ ਪਿਆਰ ਹੈ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੇ ਉਹ ਸ਼ਬਦ ਵਰਤੇ ਜੇ ਉਹ ਜਾਤੀ ਤੌਰ ਤੇ ਨਹੀਂ ਵਰਤੇ, ਉਹ ਇੱਕ ਸੱਚੇ ਪਾਤਸ਼ਾਹ ਜੀ ਨੇ ਸਮਾਨਤਾ ਤੌਰ ਤੇ ਵਰਤੇ ਨੇ ਕਿ ਕੋਈ ਇਹ ਨਾ ਆਖੇ ਵੀ ਫਲਾਨਾ ਚਮਾਰ ਹੈ। ਮੈਂ ਇਹ ਪੁੱਛਣਾ ਚਾਹੁੰਦਾ ਕਿ ਇੱਥੇ ਕੋਈ ਚਮਾਰ ਤੋਂ ਬਗੈਰ ਹੈ? ਇੱਥੇ ਪੂਰੀ ਕਾਇਨਾਤ ਹੀ ਚਮਾਰ ਹੈ, ਪੂਰੀ ਕਾਇਨਾਤ ਹੀ ਜੁਲਾਹਾ, ਪੂਰੀ ਸਾਰੇ ਦੁਨੀਆ ਕੌਣ ਨੇ? ਭੱਲੇ ਭੱਲਿਆਂ ਦੀ ਕੁੱਲ ਦੇ ਵਿੱਚੋਂ ਕੌਣ ਆ ਸਕਦਾ ਜਿਹਦੇ ਵਿੱਚ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ ਵੇ, ਜਿਹਦੇ ਵਿੱਚ ਚੰਗੇ ਗੁਣ ਪੈਦਾ ਹੋ ਜਾਣ, ਉਹ ਭੱਲਿਆਂ ਦੀ ਕੁੱਲ ਵਿੱਚੋਂ ਮੰਨਿਆ ਜਾਏਗਾ। ਉਹ ਭਾਵੇਂ ਆਪਣੇ ਆਪ ਨੂੰ ਨੀਵੀਂ ਜਾਤ ਦਾ ਸਮਝਦਾ ਹੋਵੇ, ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਦਾ ਹੋਵੇ। ਸੋ ਗੁਰੂ ਸਾਹਿਬ ਜੀ ਨੇ ਇਕੁਆਲਿਟੀ ਦਾ, ਜੋ ਬਰਾਬਰਤਾ ਦਾ ਉਪਦੇਸ਼ ਦਿੱਤਾ, ਉਹ ਇਹੀ ਹੈ। ਸੋ ਜਾਤਾਂ ਪਾਤਾਂ ਨੂੰ ਪ੍ਰਮੋਟ ਨਹੀਂ ਕੀਤਾ। ਜਿਵੇਂ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਜੀ ਧਰਮ ਸਿੰਘ ਜੀ ਨੇ ਆਖ ਹੀ ਦਿੱਤਾ, ਸਪਸ਼ਟ ਹੀ ਕਰ ਦਿੱਤਾ ਕਿ ਗੁਰੂ ਸਾਹਿਬ ਜੀ ਨੇ ਜਿਹੜੀਆਂ ਜਾਤਾਂ ਪਾਤਾਂ ਦਾ ਜੇ ਖੰਡਨ ਕੀਤਾ ਤਾਂ ਉਹਨਾਂ ਦਾ ਬੜੇ ਸੋਹਣੇ ਤਰੀਕੇ ਨਾਲ ਕਰ ਦਿੱਤਾ ਵੀ ਭਾਈ ਜਿਹੜੇ ਤੁਹਾਡੇ ਵਿੱਚ ਇਨਸਾਨੀਅਤ ਹੈ, ਅਸਲ ਦੇ ਵਿੱਚ ਸਭ ਤੋਂ ਵੱਡੀ ਜਾਤ ਇਨਸਾਨੀਅਤ ਹੀ ਹੈ। ਇਸ ਇਨਸਾਨੀਅਤ ਦੇ ਨਾਲ ਚੱਲੋ, ਇਹੀ ਤੁਹਾਡੀ ਸਭ ਤੋਂ ਵੱਡੀ ਮਨੁੱਖਾਂ ਦੀ ਇੱਕ ਜਾਤ ਹੈ। ਤੇ ਮੈਂ ਇੱਥੇ ਇੱਕ ਬੇਨਤੀ ਇਹ ਕਰਦੇ ਹਾਂ, ਜਿਹੜੀਆਂ ਜਾਤਾਂ ਹੁੰਦੀਆਂ ਨੇ ਉਹ ਫਲਾਂ ਦੇ ਵਿੱਚ ਹੁੰਦੀਆਂ ਨੇ। ਇਹ ਜੀ ਅਮਰੂਦ ਹੈ, ਇਹ ਜੀ ਸੇਬ ਹੈ, ਇਹ ਜੀ ਸੰਤਰਾ, ਇਹ ਫਲਾਂ ਦੇ ਵਿੱਚ, ਦਰਖਤਾਂ ਦੇ ਵਿੱਚ, ਪਸ਼ੂਆਂ ਦੇ ਵਿੱਚ ਹੁੰਦੀਆਂ ਨੇ। ਜੀ ਕੁੱਤਾ ਹੈ, ਜੀ ਭੇਡ ਹੈ, ਜੀ ਹਾਥੀ ਹੈ, ਜੀ ਘੋੜਾ, ਇਹ ਪੰਛੀਆਂ ਦੇ ਵਿੱਚ ਹੁੰਦੇ ਨੇ। ਜੀ ਕਬੂਤਰ ਹੈ, ਇਹ ਜੀ ਘੁੱਗੀ ਹੈ, ਇਹ ਜੀ ਗਟਾਰ ਹੈ। ਇਨਸਾਨਾਂ ਦੇ ਵਿੱਚ ਨਹੀਂ ਹੁੰਦੀਆਂ। ਇਨਸਾਨਾਂ ਦੀ ਇੱਕੋ ਹੀ ਜਾਤ ਆ, ਉਹ ਹੈ ਇਨਸਾਨੀਅਤ। ਕਿਉਂਕਿ ਜਦੋਂ ਅਸੀਂ ਖੂਨ ਲੈਣਾ ਹੁੰਦਾ, ਕਿਸੇ ਦਾ ਬਲੱਡ ਦੀ ਜ਼ਰੂਰਤ ਪੈਂਦੀ ਆ, ਉਦੋਂ ਅਸੀਂ ਜਾਤ ਨਹੀਂ ਵੇਖਦੇ, ਉਦੋਂ ਅਸੀਂ ਖੂਨ ਵੇਖਦੇ ਹਾਂ। ਤੇ ਜਦੋਂ ਅਸੀਂ ਇੱਕ ਦੂਜੇ
ਆਉਣਾ ਉੱਥੇ ਕਿਰਪਾ ਕਰਕੇ ਜਾਤ ਨਾ ਵੇਖੋ, ਇਨਸਾਨੀਅਤ ਵੇਖੋ। ਥੈਂਕ ਯੂ। ਇਸੇ ਤਰ੍ਹਾਂ ਗਿਆਨੀ ਜੀ ਦੇਖੋ ਮਹਾਰਾਜ ਨੇ ਗੁਰੂ ਨਾਨਕ ਦੇਵ ਨੇ ਜਿਹੜਾ ਜਨੇਊ ਨੂੰ ਨਹੀਂ ਮਾੜਾ ਕਿਹਾ, ਪਰ ਜਿਹੜਾ ਜਨੇਊ ਦੀਆਂ ਕੁਆਲਿਟੀਜ਼ ਨਾ ਹੋਣ ਕਰਕੇ ਉਹਨਾਂ ਨੂੰ ਕਿਹਾ ਵੀ ਇਹ ਤਾਂ ਇੱਕ ਕਿਸਮ ਦਾ ਧਾਗਾ ਹੀ ਹੈ, ਇਹਦਾ ਕੁਝ ਨਹੀਂ ਹੈ। ਨਹੀਂ ਤਾਂ ਉਹੀ ਜਨੇਊ ਜਿਹੜਾ 9ਵੇਂ ਪਾਤਸ਼ਾਹ ਨੇ ਉਹਦੇ ਲਈ ਕੁਰਬਾਨੀ ਦੇ ਦਿੱਤੀ ਉਹਨੂੰ ਬਚਾਉਣ ਦੇ ਲਈ, ਹੈ ਜੀ। ਸੋ ਇਟਸ ਨਾਟ ਦਾ ਜਨੇਊ ਜਿਹਦੀ ਗੱਲ ਹੈ। ਇੱਕ ਪਾਸੇ ਤਾਂ ਉਹਨੂੰ ਖੰਡਨ ਕਰ ਰਹੇ ਨੇ ਵੀ ਜਿਹੜਾ ਐਵੇਂ ਪਹਿਨੀ ਜਾਣੀਆਂ ਚੀਜ਼ਾਂ ਤੇ ਉਹਨਾਂ ਦੇ ਮਗਰ ਜਿਹੜਾ ਸੁਨੇਹਾ ਉਹਨੂੰ ਨਾ ਸਮਝਣਾ, ਤੇ ਦੂਜੇ ਪਾਸੇ ਉਹਨਾਂ ਦੀ ਹੋਈ ਜਨੇਊ ਦਾ ਹੱਕ ਰੱਖਣ ਦੇ ਲਈ ਉਹ ਆਪਣੇ ਆਪ ਨੂੰ ਵੀ ਕੁਰਬਾਨ ਕਰ ਦਿੰਦੇ ਨੇ। ਸੋ ਇਟਸ ਆਲ ਇਨ ਕੰਟੈਕਸਟ ਜਿਹੜੀਆਂ ਚੀਜ਼ਾਂ ਨੇ, ਹੈ ਜੀ। ਉਹ ਕੰਟੈਕਸਟ, ਇਸੇ ਕੰਟੈਕਸਟ 'ਚ ਇਹ ਗੱਲਾਂ ਕਹੀਆਂ ਨੇ, ਚਮਾਰ ਕਹਿਣਾ ਜਾਂ ਜੁਲਾਹਾ ਕਹਿਣਾ। ਉਹ ਮਹਾਰਾਜ ਇਸ਼ਾਰੇ ਉੱਪਰ ਦੱਸ ਰਹੇ ਨੇ ਕਿ ਵੀ ਦੇਖੋ ਉਹ ਤਰੱਕੀ ਕਰਕੇ ਰੱਬ ਦਾ ਰੂਪ ਬਣ ਗਿਆ, ਤੁਸੀਂ ਕਿਉਂ ਨਹੀਂ ਬਣ ਸਕਦੇ? ਜੇ ਤੁਸੀਂ ਉਹਨੇ ਇਸ ਤਰ੍ਹਾਂ ਗੱਲ ਕੀਤੀ, ਚਾਹੇ ਉਹ ਇੰਨਾ ਹੋ ਗਿਆ ਜਿਵੇਂ ਕਹਿੰਦੇ ਨੇ ਆਪਣੀ ਆਂਦੀ ਹੈਗੀ ਆ ਜਪਜੀ ਸਾਹਿਬ ਦੇ ਪੌੜੀ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤੇਰੇ ਨਾਲ ਤਮਾਏ, ਕਿਤੇ ਮੰਗਿਆ ਜੋਧ ਪਾਰ, ਕਿਤੇ ਗਨ ਨਹੀਂ ਵਿਚਾਰ, ਕਿਤੇ ਖਪ ਟੁੱਟਾ ਬੇਕਾਰ, ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੁਰਖ ਆਈ ਗਾਏ, ਕਿਤੇ ਦੁੱਖ ਭੂਖ ਸਦ ਮਾਰੇ ਪੈਦਾ ਤੇਰੀ ਦਤਾਰ। ਜੇ ਕਿਤੇ ਮਹਾਰਾਜ ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਜੇ ਮੇਰਾ ਚਮਾਰ ਘਰ ਨਾ ਜਨਮ ਹੁੰਦਾ ਹੋ ਸਕਦਾ ਮੈਂ ਤੇਰੇ ਨਾਲ ਜੋੜੀ ਨਾ ਸਕਦਾ, ਹੈ ਜੀ। ਇਹ ਵੀ ਜਿਹੜੇ ਰੱਬ ਦੇ ਰੰਗ ਨੇ ਉਹ ਕਿਸੇ ਨੂੰ ਕਿਸੇ ਤਰੀਕੇ ਨਾਲ ਕਿਸੇ ਨੂੰ ਤਰੀਕੇ ਨਾਲ ਜੋੜ ਦਿੰਦਾ। ਉਹ ਜੇ ਹੁਣ ਗਣਕਾਂ ਨੂੰ ਜੋੜਤਾ, ਉਹਨਾਂ ਨੂੰ ਤੋਤੇ ਨੂੰ ਹੀ ਰਾਮ ਰਾਮ ਕਰਾਉਂਦੀ, ਰੱਬ ਦਾ ਰੂਪ ਬਣ ਗਈ। ਸੋ ਇਹਦਾ ਵਾਹਿਗੁਰੂ ਦੇ ਰੰਗ ਨੇ, ਇਹ ਜਾਤਾਂ ਪਾਤਾਂ ਕਰਕੇ ਨਹੀਂ। ਇਹ ਜੋ ਵੀ ਬੰਦੇ ਦਾ ਕੋਈ ਸੁਭਾਅ, ਚਮੜੀ ਤਾਂ ਸਾਡੇ ਸਾਰਿਆਂ ਦੇ ਉੱਤੇ ਹੀ ਹੈ। ਆਪਾਂ ਕਿੰਨਾ ਟਾਈਮ ਸਪੈਂਡ ਕਰਦੇ ਹਾਂ ਆਪਣੇ ਮੂੰਹ ਹੱਥ ਧੋਣ ਸਜਾਉਣ ਬਜਾਉਣ ਦੇ ਲਈ, ਇਹ ਚਮੜੀ ਦਾ ਪਿਆਰ ਹੀ ਆ, ਉਹ ਚਮਾਰ ਹੀ ਆ ਨਾ, ਅਸੀਂ ਤਾਂ ਹੀ ਕਰ ਰਹੇ ਹਾਂ ਚੀਜ਼ਾਂ ਸਾਰੀਆਂ। ਸੋ ਉਹ ਸਾਨੂੰ ਮਤਲਬ ਕੰਟੈਕਸਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਲੋਕ ਜਿਹੜੇ ਨੇ ਸੁਪਰਫਿਸ਼ਲੀ ਦੇਖ ਕੇ ਚੀਜ਼ਾਂ ਨੂੰ ਮਤਲਬ ਕੁਝ ਹੋਰ ਹੁੰਦਾ ਕੱਢ ਕੁਝ ਹੋਰ ਦਿੰਦੇ ਨੇ। ਕੀ ਖਿਆਲ ਹੈ ਗੁਰਪ੍ਰੀਤ ਸਿੰਘ? ਬਿਲਕੁਲ ਸਰ ਜੀ, ਬਿਲਕੁਲ ਜਿਵੇਂ ਤੁਸੀਂ ਕਿਹਾ ਹੈ, ਬਿਲਕੁਲ ਏਦਾਂ ਹੀ ਆ। ਸੋ ਗੱਲ ਇਨਸਾਨੀਅਤ ਦੀ ਆ। ਗੁਰੂ ਸਾਹਿਬ ਜੀ ਦਾ ਜੋ ਉਪਦੇਸ਼ ਹੈ ਉਹ ਇਨਸਾਨੀਅਤ ਨੂੰ ਸਾਂਝਾ ਹੈ। ਸੋ ਸਾਡੇ ਲੋਕ ਅਜੇ ਵੀ ਜਿਹੜੇ ਜਾਤਾਂ ਬਾਤਾਂ ਦੇ ਵਿੱਚ ਫਸੇ ਨੇ, ਸੋ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉਲਟ ਚੱਲ ਰਹੇ ਨੇ। ਆਪਾਂ ਖੁਦ ਬਾਣੀ ਪੜ੍ਹੀਏ ਤਾਂ ਸਾਨੂੰ ਪਤਾ ਲੱਗੇਗਾ ਵੀ ਅਸਲ ਦੇ ਵਿੱਚ ਨੀਵੀਂ ਜਾਤ ਵਾਲਾ ਬੰਦਾ ਉਹ ਹੈ ਜਿਹੜਾ ਨਾਮ ਨਹੀਂ ਜਪਦਾ। ਨਾਮ ਜਪਣ ਤੋਂ ਭਾਵ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਆਪਣਾ ਜੀਵਨ ਬਤੀਤ ਨਹੀਂ ਕਰਦਾ। ਅਸਲ ਦੇ ਵਿੱਚ ਨਾਨਕ ਨਾਮ ਹੈ ਤੇ ਕਮਜਾਤ, ਉਹ ਕਮਜਾਤ ਹੈ, ਉਹ ਨੀਵੀਂ ਜਾਤ ਦਾ ਬੰਦਾ ਮੰਨਿਆ ਜਾਏਗਾ। ਯੈਸ, ਥੈਂਕ ਯੂ, ਥੈਂਕ ਯੂ। ਡਾਕਟਰ ਤੁਲਵਿੰਦਰ ਸਿੰਘ ਜੀ। ਹਾਂਜੀ ਸਰ, ਤੁਸੀਂ ਹੋਰ ਆਪਣੀ ਕੋਈ ਵਿਚਾਰ ਪੇਸ਼ ਕਰੋ ਇਸ ਪਾਸੇ। ਹਾਂਜੀ ਸਰ, ਬੜਾ ਸੋਹਣਾ ਡਿਸਕਸ਼ਨ ਦੇ ਵਿੱਚੋਂ ਸਵਾਲ ਨਿਕਲਿਆ ਹੈ ਕਿ ਕਿਸੇ ਇੱਕ ਦੂਜੇ ਨੂੰ ਨਫ਼ਰਤ ਕਰਨਾ ਮਾੜੀ ਚੀਜ਼ ਹੈ। ਹਾਂਜੀ, ਪਹਿਲੀ ਡਿਸਕਸ਼ਨ 'ਚ ਗਿਆਨੀ ਧਰਮ ਸਿੰਘ ਜੀ ਨੇ ਗੱਲ ਦੱਸੀ ਸੀ ਕਿ ਜਿਹੜੀਆਂ ਜਾਤਾਂ ਨੇ, ਜਿਹੜੀਆਂ ਬ੍ਰਾਹਮਣ ਜਾਤਾਂ ਨੇ ਤਕਰੀਬਨ 24-2500 ਜਾਤਾਂ ਨੇ, ਸ਼ੂਦਰ ਜਾਤਾਂ 6-7 ਹਜ਼ਾਰ ਜਾਤਾਂ ਨੇ। ਇਹਦੇ ਬਾਰੇ ਗੁਰਬਾਣੀ 'ਚ ਇੱਕ ਸ਼ਬਦ ਆਉਂਦਾ ਸ਼ਬਦ ਹੈ ਗੁਰਬਾਣੀ ਦੇ ਵਿੱਚ। ਗੁਰਬਾਣੀ ਕਹਿੰਦੀ ਹੈ ਜਾਤ ਕੁਲੀਨ ਸੇਵਕ ਜੇ ਹੋਏ। ਉਹ ਦੋ ਚੀਜ਼ਾਂ ਨੂੰ ਟੱਚ ਕਰੇਗਾ। ਇਹ ਜਿਹੜਾ ਹੁਣ ਵੀਰ ਗੁਰਪ੍ਰੀਤ ਜੀ ਨੇ ਵੀ ਇਸ਼ੂ ਕੀਤਾ ਨਾ, ਉਹਨੂੰ ਵੀ ਟੱਚ ਕਰੇਗਾ ਨਾਲ ਹੀ, ਜਾਤਾਂ ਦੇ ਇਸ਼ੂ ਨੂੰ ਵੀ ਤੇ ਬਾਕੀ ਚੀਜ਼ਾਂ ਨੂੰ ਵੀ। ਜਾਤ ਕੁਲੀਨ ਸੇਵਕ ਜੇ ਹੋਏ, ਕਹਿੰਦੇ ਜੇ ਬੜੀ ਵੱਡੀ ਕੁਲ ਦਾ ਬੰਦਾ, ਕੁਲ ਵਾਲੀ ਜਾਤ ਹੋਵੇ, ਬੜੀ ਵੱਡੀ ਜਾਤ ਹੋਵੇ, ਕਹਿਣ ਦਾ ਮਤਲਬ ਜੇ ਉਹਦੇ ਵਿੱਚ ਕੋਈ ਸੇਵਕ ਹੋਵੇ ਨਾ, ਤਾਂ ਕਾ ਕਹਿਣਾ ਕਹੋ ਕਿਆ ਹੋਏ, ਕਹਿੰਦੇ ਉਹਦੀ ਤੇ ਗੱਲ ਕੀ ਕਰਨੀ, ਬੜੀ ਵੱਡੀ ਗੱਲ ਹੈ। ਪਰ ਜਾਤ ਸਨਾਤ ਸੇਵਕ ਜੇ ਹੋਏ, ਪਰ ਜੇ ਛੋਟੀ ਜਾਤ ਦੇ ਵਿੱਚ ਵੀ ਕੋਈ ਰੱਬ ਦਾ ਨਾਂ ਜਪੇ, ਤੇ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ, ਨਾਨਕ ਪਣੀਆਂ ਪਹਿਰੇ ਸੋਏ, ਤੇ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਉਹਨੂੰ ਪਾਈਆਂ ਜਾਣ ਤੇ ਮੈਂ ਆਪਣੇ ਤਨ ਪਾ ਸਕਦਾ। ਬਿਊਟੀਫੁਲ, ਬਿਊਟੀਫੁਲ। ਹਾਂਜੀ, ਸੋ ਕੁਐਸਚਨ ਹੁਣ ਫਿਰ ਸਵਾਲ ਇੱਥੋਂ ਫਿਰ ਉਹੀ ਸਵਾਲ ਪੈਦਾ ਹੋ ਗਿਆ ਕਿ ਬ੍ਰਾਹਮਣ ਮਾੜਾ ਹੈ ਕਿ ਸ਼ੂਦਰ ਮਾੜਾ ਹੈ? ਕੋਈ ਮਾੜਾ ਨਹੀਂ ਹੈਗਾ, ਮਾੜਾ ਕੋਈ ਨਹੀਂ, ਦੋਨੋਂ ਹੀ ਨਹੀਂ ਮਾੜੇ, ਦੋਨੋਂ ਹੀ ਮਾੜੇ ਨਹੀਂ ਹੈਗੇ। ਹੁਣ ਜਦੋਂ ਅਸੀਂ ਕਵਿਤਾ ਵਿੱਚ ਕਹਿੰਦੇ ਹਾਂ ਗੁਰੂ ਸਾਹਿਬ ਸਾਡੀ ਬਿਰਤੀ ਤੇ ਆ ਕੇ ਸਾਨੂੰ ਸਮਝਾਉਂਦੇ ਨੇ, ਕਿਉਂਕਿ ਸਵਾਲ ਪੈਦਾ ਹੋ ਜਾਏਗਾ ਇਹਦਾ ਮਤਲਬ ਕਿ ਜਿਹੜਾ ਵੱਡੀ ਜਾਤ ਦਾ ਹੈਗਾ ਭਗਤ ਤੇ ਜ਼ਿਆਦਾ ਵੱਡਾ ਹੈਗਾ। ਭਗਤ ਤੇ ਸਾਰੇ ਬਰਾਬਰ ਜਿਹੜੇ ਰੱਬ ਨੂੰ ਪਹੁੰਚ ਕੇ, ਲੇਕਿਨ ਉਹ ਇੱਕ ਮੈਸੇਜ ਦੇਣ ਵਾਸਤੇ ਲਫ਼ਜ਼ ਵਰਤਿਆ ਜਾਂਦਾ ਹੈ। ਜਿੱਦਾਂ ਗੁਰਬਾਣੀ ਚ ਆਉਂਦਾ ਨਾ, ਭਾਈ ਗੁਰਦਾਸ ਜੀ ਦੀ ਵਾਰ ਆਉਂਦੀ ਹੈ, ਭਗਤ ਵੱਡਾ ਰਾਜਾ ਜਨਕ ਹੈ,
ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ, ਕਹਿੰਦੇ ਬੜਾ ਵੱਡਾ ਰਾਜਾ ਜਨਕ ਹੈ, ਕਿਉਂਕਿ ਰਾਜਾ ਹੋ ਕੇ ਭਗਤੀ ਕੀਤੀ। ਮੰਨਣ ਚ ਨਹੀਂ ਆਉਂਦਾ, ਬੜਾ ਹੀ ਰੇਅਰ ਪੋਜੀਸ਼ਨ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਸੀ ਨਾ, ਡਾਕਟਰ ਕਿਰਪਾਲ ਸਿੰਘ ਜੀ ਨੇ, ਕਿ ਰਵਿਦਾਸ ਕਹਿੰਦਾ ਵੀ ਜੇ ਮੈਂ ਛੋਟੀ ਜਾਤ ਦਾ ਨਾ ਹੁੰਦਾ ਤੇ ਸ਼ਾਇਦ ਮੈਂ ਭਗਤੀ ਨਾ ਕਰਦਾ। ਮੈਸੇਜ ਉਹੀ ਹੈ ਕਿ ਮਾਇਆ ਹੁੰਦਿਆਂ, ਰੁਤਬਾ ਹੁੰਦਿਆਂ, ਰਾਜ ਭਾਗ ਹੁੰਦਿਆਂ ਭਗਤੀ ਕਰਨਾ ਬੜੀ ਵੱਡੀ ਗੱਲ ਹੈ ਸੰਸਾਰੀ ਤੌਰ ਤੇ। ਸੋ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਜੋ ਲੋਕ ਨੂੰ ਚੱਲਿਆ, ਗਨ ਗੰਧਰਵ ਸਭਾ ਸੁਖ ਬਾਸੀ। ਉਹ ਸਾਰੀ ਸਾਖੀ ਜਿਹੜੀ ਹੈ ਬੜੀ ਲੰਬੀ ਹੋ ਜਾਣੀ ਹੈ। ਮੇਨ ਜਿਹੜਾ ਮੈਸੇਜ ਹੈ ਕਿ ਭਾਈ ਗੁਰਦਾਸ ਜੀ ਨੇ ਵੀ ਰਾਜਾ ਜਨਕ ਨੂੰ ਵੱਡਾ ਭਗਤ ਕਿਹਾ ਹੈ, ਪਰ ਇਹਦਾ ਮਤਲਬ ਇਹ ਨਹੀਂ ਲੈਣਾ ਕਿ ਬਾਕੀ ਭਗਤ ਛੋਟੇ ਨੇ। ਇੱਕ ਸਿਰਫ ਇੰਪੋਰਟੈਂਸ ਦਿੱਤੀ ਹੈ ਕਿ ਕਮਾਲ ਹੈ, ਪੈਸਾ ਹੁੰਦਿਆਂ, ਭਗਤੀ ਹੁੰਦਿਆਂ, ਰਾਜ ਭਾਗ ਹੁੰਦਿਆਂ ਉਹ ਗੁਰੂ ਦੀ ਭਗਤੀ ਕੀਤੀ ਉਹਨੇ। ਸੋ ਇਹੀ ਪੰਕਤੀ ਉਹ ਕਹਿੰਦੀ ਹੈ, ਜਾਤ ਕੁਲੀਨ ਸੇਵਕ ਜੇ ਹੋਏ ਤਾਂਕਾ ਕਹਿਣਾ ਕਹੋ ਨਾ ਕੋਈ। ਹੁਣ ਸਵਾਲ ਉੱਥੋਂ ਇਹੀ ਆ ਗਿਆ ਭਈ ਜਿਹੜੀ ਨਫ਼ਰਤ ਕਰਨੀ ਹੈ, ਸਾਡੀ ਡਿਸਕਸ਼ਨ ਸ਼ੁਰੂ ਹੋਈ ਸੀ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਗੁਰਬਾਣੀ ਕਹਿੰਦੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਨੀਚਾਂ ਦੇ ਅੰਦਰ ਜਿਹੜੀਆਂ ਨੀਵੀਆਂ ਜਾਤਾਂ। ਹੁਣ ਇਹਨੂੰ ਐਕਸਪਲੇਨ ਕਿੱਦਾਂ ਕੀਤਾ ਜਾ ਸਕਦਾ ਹੈ ਕਿ ਪਹਿਲੀ ਡਿਸਕਸ਼ਨ 'ਚ ਗਿਆਨੀ ਧਰਮ ਸਿੰਘ ਨੇ ਕਿਹਾ ਸੀ ਵੀ ਜਿਹੜੇ ਸ਼ੂਦਰ ਨੇ ਇਹਨਾਂ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਹਜ਼ਾਰ ਜਾਤੀਆਂ ਨੇ। ਉਹਨਾਂ 'ਚ ਵੀ ਸ਼ੂਦਰ ਇੱਕ ਕਹਿੰਦਾ ਮੈਂ ਵੱਡੀ ਜਾਤ ਦਾ, ਮੈਂ ਤੇ ਦੂਜਾ ਛੋਟੀ ਜਾਤ ਦਾ। ਤੇ ਮੇਰਾ ਵਿਚਾਰ ਹੈ ਜੇ ਸ਼ੂਦਰ ਆਪਣੇ ਆਪ 'ਚ ਵੱਡੀ ਛੋਟੀ ਬਣਾ ਕੇ ਬੈਠਾ ਹੈ ਨਾ, ਫਿਰ ਉਹ ਤੇ ਜਾਤ-ਪਾਤ ਨੂੰ ਸਪੋਰਟ ਕਰ ਰਿਹਾ। ਜੇ ਬ੍ਰਾਹਮਣ ਕਹੇ ਮੈਂ ਵੱਡੀ ਜਾਤ ਦਾ, ਉਹ ਤੇ ਉਸ ਚੀਜ਼ ਨੂੰ ਸਰਟੀਫਾਈ ਕਰ ਰਿਹਾ ਹੈ। ਜੇ ਉਹ ਦੂਜੇ ਨੂੰ ਆਪਣੇ ਤੋਂ ਛੋਟਾ ਸਮਝ ਰਿਹਾ ਤੇ ਫਿਰ ਬ੍ਰਾਹਮਣ ਨੂੰ ਹੱਕ ਹੈ ਕਹਿਣ ਦਾ ਕਿ ਮੈਂ ਵੱਡੀ ਜਾਤ ਦਾ। ਕਿਉਂ? ਇਹਦਾ ਮਤਲਬ ਜਾਤ-ਪਾਤ ਮੇਰੇ ਅੰਦਰ, ਸ਼ੂਦਰ ਦੇ ਅੰਦਰ ਹੀ ਬੈਠੀ ਹੋਈ ਹੈ, ਭਾਵੇਂ ਮੈਂ ਬ੍ਰਾਹਮਣ ਤੇ ਭਾਵੇਂ ਮੈਂ ਸ਼ੂਦਰ ਹਾਂ। ਸੋ ਜਦੋਂ ਵੀ ਤੁਸੀਂ ਕਿਸੇ ਨੂੰ ਮਾੜਾ ਸਮਝਦੇ ਹੋ ਤੇ ਉਹਦਾ ਮਤਲਬ ਜਾਤ-ਪਾਤ ਸ਼ੁਰੂ ਹੋ ਗਈ। ਕਿਸੇ ਨੂੰ ਬ੍ਰਾਹਮਣ ਹੋਣ ਕਰਕੇ ਨਫ਼ਰਤ ਕੀਤਾ ਜਾਵੇ, ਉਹ ਵੀ ਮਾੜੀ ਗੱਲ ਹੈ। ਨਫ਼ਰਤ ਨਹੀਂ ਕਰਨੀ। ਸੋ ਗੁਰਬਾਣੀ ਕੀ ਕਹਿੰਦੀ, ਗੁਰੂ ਸਾਹਿਬ ਕੀ ਕਹਿੰਦੇ ਨੇ, ਨੀਚਾ ਅੰਦਰ ਨੀਚ ਜਾਤ, ਉਸ ਤੋਂ ਬਾਅਦ ਅੱਗੇ ਹੋਰ ਨੀਵਾਂ, ਨੀਚੀ ਹੂੰ ਅਤ ਨੀਚ। ਕਹਿੰਦੇ ਉਹ ਨੀਵੀਆਂ ਜਾਤਾਂ 'ਚ ਜਿਹੜਾ ਬਿਲਕੁਲ ਅਤ ਨੀਚ ਹੋਵੇ, ਜਿਹਨੂੰ ਸਾਰੇ ਦੁਰਕਾਰਦੇ ਹੋਣ ਸੰਸਾਰੀ ਤੌਰ ਤੇ, ਕਿਉਂ ਸੰਸਾਰ ਸੈਲਫਿਸ਼ ਹੈ। ਨਾਨਕ ਤਿਨਕੇ ਸੰਗ ਸਾਥ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਦੇ ਨਾਲ। ਵੱਡਿਆਂ ਸਿਓ ਕਿਆ ਰੀਸ, ਮੇਰੀ ਵੱਡਿਆਂ ਨਾਲ ਕੋਈ ਰੀਸ ਨਹੀਂ ਹੈਗੀ। ਉਹ ਹੰਕਾਰ 'ਚ ਨੇ, ਹੰਕਾਰ 'ਚ ਬੈਠੇ ਰਹਿਣ। ਇਦੋਂ ਵੱਡੀ ਕਿਸੇ ਮਿਸਾਲ, ਹਾਂਜੀ, ਇਦੋਂ ਵੱਡੀ ਮਿਸਾਲ ਕਿੱਥੇ ਹੋ ਸਕਦੀ ਹੈ ਨਿਮਰਤਾ ਦੀ ਤੇ ਬਰੋਬਰਤਾ ਦਾ ਸੰਦੇਸ਼ ਦੇਣ ਦੀ। ਹਾਂਜੀ, ਇਦੋਂ ਵੱਡੀ ਮਿਸਾਲ ਕਿੱਥੇ ਮਿਲ ਸਕਦੀ ਹੈ? ਨਹੀਂ। ਸੋ ਦੈਟਸ ਰੀਅਲੀ ਅਮੇਜ਼ਿੰਗ। ਜਦੋਂ ਅਸੀਂ ਇਹ ਚੀਜ਼ਾਂ ਤੇ ਵਿਚਾਰ ਕਰੀਏ ਤਾਂ ਬੰਦਾ ਆਸ਼ਸ਼ ਕਰ ਉੱਠਦਾ ਗੁਰੂ ਨਾਨਕ ਸਾਹਿਬ ਦੇ ਫਿਲਾਸਫੀ ਤੇ, ਗੁਰੂ ਨਾਨਕ ਸਾਹਿਬ ਦੇ ਕਿਰਦਾਰ ਤੇ, ਗੁਰੂ ਨਾਨਕ ਸਾਹਿਬ ਦੇ ਜੀਵਨ ਤੇ, ਉਹਨਾਂ ਦੀ ਰਚਨਾ ਤੇ। ਦੇਖੋ, ਜਿੱਥੇ ਇਹ ਵੀ ਆਉਂਦਾ ਗੁਰਬਾਣੀ ਦੇ ਵਿੱਚ ਕਿ ਇੱਕ ਉਹੀ ਬੰਦਾ ਜਿਹਨੂੰ ਆਪਣਾ ਧਾਰਮਿਕ ਚੀਜ਼ਾਂ ਕਰਦਾ, ਉਹ ਬ੍ਰਾਹਮਣ ਹੈ। ਜਿਹੜਾ ਉਹ ਹਥਿਆਰ ਚੱਕਦਾ ਪ੍ਰੋਟੈਕਸ਼ਨ ਦੇ ਲਈ, ਉਹੀ ਉਸ ਵਕਤ ਖੱਤਰੀ ਹੈ। ਜਾਂ ਜਦੋਂ ਕਿਰਤ ਕਮਾਈ ਕਰਦਾ, ਉਹਦੀ ਉਹੀ ਵੈਸ਼ ਹੈ। ਜੇ ਉਹ ਆਪਣੀ ਸਫਾਈ ਕਰਦਾ ਕਰਦੀ ਆਪਣੇ ਆਪ ਦੀ, ਆਲੇ ਦੁਆਲੇ ਦੀ, ਉਹੀ ਸ਼ੂਦਰ ਹੈ। ਵੀ ਸਾਰੀਆਂ ਜਾਤਾਂ ਉਸੇ ਬੰਦੇ ਦੇ ਵਿੱਚ ਹੀ ਨੇ, ਇੱਕੋ ਬੰਦੇ ਦੇ ਵਿੱਚ ਹੀ ਨੇ ਚਾਰੇ ਜਾਤਾਂ ਜਿਹੜੀਆਂ ਨੇ। ਹਾਂਜੀ। ਤੇ ਜਦੋਂ ਕਿ ਬ੍ਰਾਹਮਣ ਲੋਕ ਕਹਿੰਦੇ ਹੈਗੇ ਆ ਕਿ ਉਹਨੇ ਸਰੀਰ ਆਪਣਾ ਧਾਰਨ ਕੀਤਾ, ਸਿਰ ਤੋਂ ਹੋ ਕੇ ਬ੍ਰਾਹਮਣ ਪੈਦਾ ਹੋ ਗਏ, ਬਾਹਾਂ ਤੋਂ ਖੱਤਰੀ ਆ ਗਏ। ਗੁਰੂ ਨਾਨਕ ਸਾਹਿਬ ਦੇ ਆਪੋਜ਼ਿਟ ਦੱਸਦੇ ਨੇ ਕਿ ਹਰ ਇਨਸਾਨ ਜਿਹੜਾ ਉਹਦੇ ਵਿੱਚ ਉਹ ਚਾਰੇ ਜਾਤਾਂ ਜਿਹੜੀਆਂ ਨੇ ਇਕੱਠੀਆਂ ਨੇ, ਨਾ ਕਿ ਬਾਰ-ਬਾਰ ਅਲੱਗ ਨੇ। ਕੀ ਖਿਆਲ ਹੈ ਗਿਆਨੀ ਜੀ? ਬਿਲਕੁਲ ਆਪ ਜੀ ਨੇ ਸਹੀ ਕਿਹਾ। ਤੇ ਗੁਰੂ ਸਾਹਿਬ ਜੀ ਦਾ ਤੇ ਸਿਧਾਂਤ ਹੀ ਇਹ ਆਪੇ ਹੀ ਊਚ ਨੀਚ ਕੁਛ ਨਹੀਂ। ਮੈਨੂੰ ਉਹ ਤੁਸੀਂ ਜਦੋਂ ਗੱਲ ਕਰ ਰਹੇ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਰੋਕਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਰਾਖੀ ਕੀਤੀ, ਮੈਨੂੰ ਇੱਕ ਘਟਨਾ ਯਾਦ ਆ ਗਈ। 1979 ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ 300 ਸਾਲਾ ਗੁਰਪੁਰਬ ਮਨਾਇਆ ਗਿਆ ਤੇ ਕਾਦੀਆਂ ਇੱਕ ਕਵੀ ਦਰਬਾਰ ਸੀ, ਉਹਦੇ ਚ ਇੱਕ ਪੰਡਿਤ ਜੀ ਆਏ ਸੀਗੇ ਕਵੀ, ਮੈਨੂੰ ਹੁਣ ਨਾਂ ਨੂੰ ਨਹੀਂ ਯਾਦ, ਬਹੁਤ ਪੁਰਾਣੀ ਗੱਲ ਆ। ਤੇ ਉਹ ਬੜੇ ਹੀ ਪਿਆਰੇ ਉਹਨਾਂ ਨੇ ਬੋਲ ਕੀਤੇ, ਕਹਿੰਦੇ ਵੀ ਪਹਿਲਾ ਨਾਨਕ ਆਖੇ ਜਨੇਊ ਪਾਣ ਨਹੀਂ ਦੇਣਾ, ਨਾ ਪਹਿਲਾ ਨਾਨਕ ਆਖੇ ਜਨੇਊ ਪਾਣ ਨਹੀਂ ਦੇਣਾ, ਨਾਵਾਂ ਨਾਨਕ ਆਖੇ ਲੈਣ ਨਹੀਂ ਦੇਣਾ। ਹਾਂਜੀ। ਫਿਰ ਕਹਿੰਦੇ ਫਿਰ ਗੱਲ ਕੀ ਹੋਈ?
ਹਾਂਜੀ ਕਹਿੰਦੇ ਗੱਲ ਇਹ ਆ ਵੀ ਨਾ ਜਬਰੀ ਪਾਣਾ ਚੰਗਾ ਨਾ ਜਬਰੀ ਲਾਣਾ ਚੰਗਾ। ਐਗਜ਼ੈਕਟਲੀ ਹਾਂਜੀ ਤੇ ਤੇ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਆਪ ਜੀ ਨੇ ਪਹਿਲਾਂ ਵੀ ਮੈਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਉਹ ਮੈਂ ਭੁੱਲ ਗਿਆ ਸੀ ਵੀ ਜਿਹੜਾ ਉਹਨਾਂ ਨੇ ਆਪਣੇ ਆਪ ਨੂੰ ਨੀਵੇਂ ਕਿਹਾ ਆ, ਨਾਨਕ ਨੀਚ ਕਹੈ ਵਿਚਾਰ। ਇਹੋ ਹੀ ਉਹਨਾਂ ਦੀ ਖੂਬੀ ਆ ਕਿ ਇੰਨੇ ਮਹਾਨ ਹੁੰਦਿਆਂ ਹੋਇਆਂ ਉਹਨਾਂ ਨੇ ਜਿਹੜੀ ਇੱਕ ਗੱਲ ਆਸਾ ਜੀ ਦੀ ਵਾਰ ਚ ਕਹੀ ਕਿ ਹਉਮੈ ਦੀਰਘ ਰੋਗ ਹੈ, ਵੀ ਸਭ ਤੋਂ ਵੱਡਾ ਰੋਗ ਮਨੁੱਖਤਾ ਨੂੰ ਹਉਮੈ ਦਾ ਆ। ਉਹ ਭਾਵੇਂ ਜਾਤ ਦਾ ਹੋਵੇ ਤੇ ਉਹ ਭਾਵੇਂ ਧਨ ਦਾ ਹੋਵੇ, ਭਾਵੇਂ ਉਹਨੂੰ ਪਦਵੀ ਦਾ ਹੋਏ, ਇਹ ਮਾੜਾ। ਤੇ ਉਹਨਾਂ ਨੇ ਥਾਂ ਥਾਂ ਤੇ ਇਸ ਤੋਂ ਬਚਣ ਵਾਸਤੇ ਇੰਨਾ ਕੁਛ ਕਹਿ ਦਿੱਤਾ ਆਪਣੇ ਬਾਰੇ ਵੀ ਜਿਹਦਾ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ। ਉਦਾਹਰਨ ਵਜੋਂ ਉਹਨਾਂ ਥਾਂ ਥਾਂ ਤੇ ਕਿਹਾ ਨਾਨਕ ਨੀਚ ਕਹੈ ਵਿਚਾਰ, ਨਾਨਕ ਗਰੀਬ ਟਹਿ ਪਿਆ ਦੁਆਰੈ। ਫਿਰ ਉਹਨਾਂ ਨੇ ਇੱਕ ਥਾਂ ਤੇ ਇੱਥੋਂ ਤੱਕ ਕਿਹਾ, ਕਹਿੰਦੇ ਕਿ ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਆਲ। ਕੂੜ ਛੁਰਾ ਮੁੱਠਾ ਮੁਰਦਾਰ, ਧਾਨ ਕਰੂਪ ਰਹਾ ਕਰਤਾਰ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਆਪਣੇ ਆਪ ਨੂੰ ਇਹੋ ਜਿਹੇ ਸ਼ਬਦ ਵਰਤਣ ਨੇ ਗੁਰੂ ਨਾਨਕ ਦੇਵ ਜੀ ਵਰਤ ਸਕਦੇ ਨੇ। ਇੱਕ ਉਹਨਾਂ ਦੀ ਸਭ ਤੋਂ ਵੱਡੀ ਮਹਾਨਤਾ ਇਸ ਗੱਲ 'ਚ ਆ ਕਿ ਉਹਨਾਂ ਨੇ ਵੇਖਿਆ ਕਿ ਜਿਹੜਾ ਕੂੜ ਕਬਾੜ ਸਮਾਜ ਦੇ ਵਿੱਚ ਭਰ ਗਿਆ, ਜਾਤੀ ਦਾ ਹੰਕਾਰ ਤੇ ਉਰਾ ਪਰਾ, ਉਹਨਾਂ ਨੇ ਆਪਣੇ ਤੱਕ ਸੀਮਿਤ ਨਹੀਂ ਰੱਖਿਆ। ਆਪਣੇ ਤੋਂ ਅੱਗੇ ਉਹਨਾਂ ਨੇ ਪੀੜ੍ਹੀ ਚਲਾਈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਬਖਸ਼ਿਸ਼ ਕਰਕੇ ਤੇ ਦਸਮ ਪਾਤਸ਼ਾਹ ਜੀ ਤੱਕ। ਤੇ ਕਮਾਲ ਹੋ ਜਾਂਦੀ ਆ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਦੀ ਸਾਜਨਾ ਕਰਦੇ ਨੇ, ਪ੍ਰਗਟ ਕਰਦੇ ਨੇ, ਤੇ ਫਿਰ ਉਹਦੇ ਵਿੱਚ ਉਹ ਵੱਖ-ਵੱਖ ਇਲਾਕਿਆਂ ਤੋਂ ਵੱਖਰੀਆਂ ਬਰਾਦਰੀਆਂ ਦੇ ਵਿੱਚੋਂ, ਜ਼ਾਤਾਂ ਦੇ ਵਿੱਚੋਂ ਉਹਨਾਂ ਨੂੰ ਇੱਕ ਬਾਟੇ ਦੇ ਵਿੱਚੋਂ ਅੰਮ੍ਰਿਤ ਛਕਾਉਂਦੇ ਨੇ। ਤੇ ਇਹ ਜਾਤ ਪਾਤ ਦਾ ਭਰਪੂਰ ਖੰਡਨ ਆ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬੋਲੀ ਤਿਆਰ ਹੀ ਇਸੇ ਕਰਕੇ ਕਰਵਾਈ ਸੀ ਕਿ ਚੱਲਦੇ ਹੋਏ ਪਾਣੀ ਦਰਿਆਵਾਂ ਦੇ ਉੱਪਰ ਵੀ ਉੱਪਰਲੇ ਪਾਸੇ ਬ੍ਰਾਹਮਣਾਂ ਦੇ, ਫਿਰ ਖੱਤਰੀਆਂ ਦੇ, ਫਿਰ ਵੈਸ਼ਾਂ ਤੇ ਸ਼ੂਦਰਾਂ ਦਾ ਸਭ ਤੋਂ ਥੱਲੇ ਹੁੰਦਾ ਸੀਗਾ ਘਾਟ ਨਹਾਉਣ ਵਾਸਤੇ। ਤੇ ਵੀ ਇੱਕੋ ਹੀ ਖੜੇ ਪਾਣੀ ਦੇ ਵਿੱਚੋਂ, ਬੌਲੀ ਦੇ ਵਿੱਚੋਂ ਸਾਰੇ ਇਸ਼ਨਾਨ ਕਰਨ, ਜਾਤ ਪਾਤ ਜਿਹੜੀ ਉਹ ਦੂਰ ਹੋਵੇ। ਇਹ ਜਿਹੜੀ ਲੰਗਰ ਦੇ ਵਿੱਚ ਪਹਿਲੇ ਪੰਗਤ ਪਾਤਸ਼ਾਹ ਸੰਗਤ ਵਾਲੀ ਗੱਲ, ਇਹ ਵੀ ਇਹੋ ਹੀ ਸਿਧਾਂਤ ਸੀਗਾ। ਤੋ ਇਸ ਕਰਕੇ ਇਹਨਾਂ ਨੂੰ ਗੱਲਾਂ ਨੂੰ ਅੱਜ ਸਾਨੂੰ ਜ਼ਰੂਰਤ ਆ। ਮੈਨੂੰ ਪਤਾ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਅੰਮ੍ਰਿਤ ਛਕਾਇਆ ਜਾਂਦਾ ਸੀ ਤੇ ਜਿੰਨੇ ਅੰਮ੍ਰਿਤ ਛਕਣ ਵਾਲੇ ਹੁੰਦੇ ਸੀ ਉਹਨਾਂ ਸਾਰਿਆਂ ਨੂੰ ਕੜਾਹ ਪ੍ਰਸ਼ਾਦ ਇੱਕ ਬਾਟੇ 'ਚ ਪਾ ਕੇ ਦਿੱਤਾ ਜਾਂਦਾ ਸੀ, ਉਹਦੇ ਤੋਂ ਸਾਰੇ ਖਾਣ। ਹੌਲੀ ਹੌਲੀ ਹੁਣ ਕੀ ਹੋ ਗਿਆ ਕਿ ਉਹ ਜਿਹੜਾ ਪ੍ਰਸ਼ਾਦ ਆ ਉਹ ਹੁਣ ਵੱਖਰਾ ਹੀ ਵਰਤਾਇਆ ਜਾਂਦਾ, ਜਿਵੇਂ ਸੰਗਤ 'ਚ ਵਰਤਾਇਆ ਜਾਂਦਾ, ਕਿਸੇ ਥਾਂ ਤੇ ਭਾਵੇਂ ਹੋਵੇ ਇਕੱਠੇ ਦੀ ਛਕਾਉਣ ਵਾਲੀ ਗੱਲ। ਇਹਦੇ ਨਾਲ ਹੁਣ ਇਹੋ ਜਿਹੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ ਕਿ ਜਿਹੜੇ ਕਹੇ ਜਾਂਦੇ ਸ਼ੂਦਰ ਜਾਂ ਛੋਟੀਆਂ ਸ਼੍ਰੇਣੀਆਂ ਦੇ, ਉਹਨਾਂ ਨੂੰ ਅੰਮ੍ਰਿਤ ਵੀ ਵੱਖਰੇ ਛਕਾਉਣ ਲੱਗ ਪਏ। ਇਹ ਬਹੁਤ ਦੁਖਦਾਈ ਗੱਲ ਆ। ਇਹ ਸਭ ਤੋਂ ਵੱਡੀ ਗੁਰੂ ਦੇ ਨਾਲ ਧਰੋ ਆ, ਗੁਰੂ ਦੀ ਸਿੱਖੀ ਦੇ ਨਾਲ ਦੁਸ਼ਮਣੀ ਆ। ਜਿਹੜੇ ਕੋਈ ਸੁਣਦੇ ਹੋਣ ਇਹਨਾਂ ਗੱਲਾਂ ਤੇ ਸਾਨੂੰ ਬਹੁਤ ਤਗੜੇ ਹੋ ਕੇ ਪਹਿਰਾ ਦੇਣ ਦੀ ਲੋੜ ਆ ਕਿ ਇਹ ਗੱਲਾਂ ਨਹੀਂ ਆਉਣੀਆਂ ਚਾਹੀਦੀਆਂ ਸਿੱਖੀ ਦੇ ਵਿੱਚ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਤੇ ਦਸਾਂ ਪਾਤਸ਼ਾਹੀਆਂ ਤੱਕ ਸਾਰੇ ਸੰਤਾਂ, ਮਹਾਂਪੁਰਖਾਂ, ਭਗਤਾਂ ਦੀਆਂ ਕਮਾਈਆਂ ਜਿਹੜੀਆਂ ਕੀਤੀਆਂ, ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਨੂੰ ਮਿੱਟੀ 'ਚ ਨਾ ਰੋਲੀਏ। ਮੈਂ ਇਹ ਤਰਲਾ ਆ। Very true. Thank you ji for sharing that. Gurpreet Singh, we are running out of time. This is time for last word. For 1 minute, anything you like to say to the Sangat? ਬਿਲਕੁਲ ਜੀ ਬਿਲਕੁਲ। ਸਾਡੇ ਗਿਆਨੀ ਧਰਮ ਸਿੰਘ ਜੀ ਨੇ ਦੱਸ ਹੀ ਦਿੱਤਾ ਕਿ ਜਿਹੜੀ ਜਾਤ ਪਾਤ ਹੈ ਇਹ ਮਨੁੱਖ ਲਈ ਬਹੁਤ ਖਤਰਨਾਕ ਹੈ, ਇਹ ਛੱਡਣੀ ਚਾਹੀਦੀ ਹੈ। ਜਾਂ ਸਾਡੇ ਗੁਰੂ ਸਾਹਿਬਾਨਾਂ ਦੀ ਜਿਹੜੀ ਲੜਾਈ ਸੀ ਉਹ ਸਿਰਫ ਇਨਸਾਨੀਅਤ ਦੀ ਸੀ, ਬਰਾਬਰਤਾ ਦੀ ਸੀ। ਨਹੀਂ ਤਾਂ ਗੁਰੂ ਸਾਹਿਬਾਨ ਅੱਗੇ ਬਹੁਤ ਰਾਜੇ ਇਕੱਠੇ ਹੋ ਕੇ ਆਏ, ਭੀਮ ਚੰਦ ਵਰਗੇ ਜਾਂ ਜਿੰਨੇ ਵੀ ਇਹ 22 ਧਾਰ ਦੇ ਪਹਾੜੀ ਰਾਜੇ ਸੀ, ਗੁਰੂ ਸਾਹਿਬ ਕੋਲੇ ਆਏ, ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ, ਆ ਜਿਹੜਾ ਤੁਸੀਂ ਅੰਮ੍ਰਿਤ ਛਕਾਇਆ ਸਾਨੂੰ ਬਹੁਤ ਪਿਆਰਾ ਲੱਗਿਆ, ਕਿਰਪਾ ਕਰੋ, ਬੇਨਤੀ ਹੈ ਸਾਡੀ ਇੱਕ ਵੀ ਇਹ ਜਿਹੜਾ ਇੱਕ ਬਾਟਾ ਨਾ ਇਹਦੀ ਜਗ੍ਹਾ ਤੇ 2 ਬਾਟੇ ਕਰ ਲਓ।
ਸਾਡਾ ਬਾਟਾ ਅਲੱਗ ਤਿਆਰ ਕਰ ਲਓ, ਕਿਉਂਕਿ ਅਸੀਂ ਉੱਚੀ ਜਾਤ ਦੇ ਆ ਤੇ ਸਾਨੂੰ ਕਿਰਪਾ ਕਰਕੇ ਅੰਮ੍ਰਿਤ ਛਕਾਓ ਤੇ ਅਸੀਂ ਵੀ ਅੰਮ੍ਰਿਤ ਛਕਣਾ ਚਾਹੁੰਦੇ ਆ। ਮਹਾਰਾਜ ਕਹਿੰਦੇ ਬਾਟਾ ਇੱਕ ਰਹੇਗਾ, ਜਿੱਥੋਂ ਇੱਕ ਛੋਟੀ ਜਾਤ ਦਾ ਅੰਮ੍ਰਿਤ ਛਕੇਗਾ ਉੱਥੋਂ ਹੀ ਤੁਸੀਂ ਛਕ ਸਕਦੇ ਹੋ। ਭੀਮ ਚੰਦ ਵਰਗੇ ਜਿੰਨੇ ਵੀ 22 ਧਾਰ ਦੇ ਪਹਾੜੀ ਰਾਜੇ ਸੀ, ਕਹਿੰਦੇ ਜੀ ਜੇ ਬਾਟੇ 2 ਰੱਖੋਗੇ ਤਾਂ ਆਵਾਂਗੇ, ਨਹੀਂ ਤਾਂ ਇੱਕ ਬਾਟਾ ਰੱਖੋਗੇ ਫਿਰ ਨਹੀਂ ਆਉਣਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਭਾਈ ਆਜ਼ਾਦੀ ਆ, ਬਾਟਾ ਇੱਕ ਹੀ ਰਹੇਗਾ। ਪਰ ਲੱਖ ਲਾਹਨਤ ਆ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਅੱਜ 2 ਬਾਟੇ ਬਣਾ ਲਏ। ਉਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਨਾਲ ਬਿਲਕੁਲ ਧਰੋਕ ਮਾਰ ਰਹੇ ਨੇ। ਉਹ ਗੁਰੂ ਨਾਨਕ ਦੇ ਘਰ ਦੀਆਂ ਜਿਹੜੀਆਂ ਬਾਗ ਆ ਨਾ ਉਹਨੂੰ ਉਜਾੜਨ ਲੱਗੇ ਹੋਏ ਨੇ। ਵੀ ਇਹੀ ਬੇਨਤੀ ਕਰਦੇ ਕਿ ਜਾਤਾਂ ਪਾਤਾਂ ਨੂੰ ਛੱਡੀਏ, ਦੂਰ ਕਰੀਏ। ਥੈਂਕ ਯੂ। ਡਾਕਟਰ ਕੁਲਵਿੰਦਰ ਸਿੰਘ ਜੀ। ਹਾਂਜੀ ਹਾਂਜੀ, ਗਿਆਨੀ ਧਰਮ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਿਮਰਤਾ ਬਾਰੇ ਗੱਲ ਕੀਤੀ ਹੈ। ਮੈਨੂੰ ਭਾਈ ਗੁਰਦਾਸ ਜੀ ਦੀ ਵਾਰ ਯਾਦ ਆ ਗਈ। ਉਹ ਚਾਹੁੰਦਾ ਪਹਿਲਾਂ ਬਾਬੇ ਪਾਇਆ ਬਖਸ਼ਦਾਰ। ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਗਈ ਸੀ, ਬਖਸ਼ਿਸ਼ ਹੋ ਗਈ ਸੀ, ਪਿੱਛੋਂ ਦੇ ਫਿਰ ਘਾਲ ਕਮਾਈ। ਬਾਅਦ ਚ ਗੁਰੂ ਨਾਨਕ ਸਾਹਿਬ ਨੇ ਫਿਰ ਬੜੀ ਭਗਤੀ ਕੀਤੀ। ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਦੁਬਾਰਾ ਬੜੀ ਭਗਤੀ ਕੀਤੀ, ਵੱਡੇ ਭਾਗ ਹਰਸਿਓਂ ਬਣਾਈ। ਪਰਮਾਤਮਾ ਫਿਰ ਪ੍ਰਗਟ ਹੋ ਗਏ ਕਿ ਗੁਰੂ ਨਾਨਕ ਹੁਣ ਕੀ ਚਾਹੁੰਦਾ, ਤੈਨੂੰ ਸਾਰੇ ਬਖਸ਼ਿਸ਼ ਦੇ ਦਿੱਤੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਨੂੰ ਗਰੀਬੀ ਨਿਮਰਤਾ ਦਿਓ, ਕਿਉਂਕਿ ਨਿਮਰਤਾ ਦੇ ਨਾਲ ਹੀ ਜਿਹੜਾ ਸਾਰੇ ਗੁਣ ਸੰਭਾਲੇ ਜਾ ਸਕਦੇ ਆ, ਨਹੀਂ ਤੇ ਗੁਣ ਪ੍ਰਾਪਤ ਕੀਤੇ ਹੋਏ ਵੀ ਗੁਆਚ ਜਾਂਦੇ ਨੇ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੈਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਸੋ ਇਹੀ ਥੈਂਕ ਯੂ ਜੀ, ਬੜੀ ਮਿਹਰਬਾਨੀ। ਗਿਆਨੀ ਜੀ। ਹਾਂਜੀ, ਮੈਂ ਵੀਰ ਜੀ ਡਾਕਟਰ ਸਾਹਿਬ ਜੀ ਨੇ ਬੜੇ ਵਧੀਆ ਗੱਲ ਕੀਤੀ। ਵੀਰ ਗੁਰਪ੍ਰੀਤ ਸਿੰਘ ਜੀ ਨੇ ਜਿਹੜੀ ਗੱਲ ਕੀਤੀ, ਮੈਂ ਥੋੜੀ ਜਿਹੀ ਉਹਦੇ ਚ ਹੋਰ ਪਈ। ਦਸਮ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਛਕਾਇਆ, ਖਾਲਸਾ ਤਿਆਰ ਕਰ ਲਿਆ, ਤੇ ਬਾਅਦ ਚ ਕਹਿੰਦੇ ਵੀ ਉਹਨਾਂ ਨੇ ਹੱਥ ਜੋੜ ਕੇ ਕਿਹਾ ਵੀ ਮੈਨੂੰ ਵੀ ਹੁਣ ਤੁਸੀਂ ਅੰਮ੍ਰਿਤ ਦੀ ਦਾਤ ਬਖਸ਼ੋ। ਤੇ ਉਹਨਾਂ ਕਿਹਾ ਵੀ ਪਾਤਸ਼ਾਹ ਤੁਸੀਂ ਤੇ ਅੰਮ੍ਰਿਤ ਦੇ ਦਾਤੇ ਹੋ। ਤੇ ਗੁਰੂ ਜੀ ਨੇ ਕਿਹਾ ਵੀ ਠੀਕ ਆ, ਪਰ ਮੈਨੂੰ ਵੀ ਖਾਲਸਾ ਪੰਥ ਦਾ ਅੰਗ ਬਣਾਓ, ਇਹ ਤੁਸੀਂ ਕਿਰਪਾ ਕਰ ਸਕਦੇ ਹੋ। ਇਹਦਾ ਮਤਲਬ ਸੀ ਸਮੁੱਚੇ ਸਿੱਖ ਜਗਤ ਨੂੰ ਸੰਦੇਸ਼ਾ ਸੀਗਾ ਵੀ ਇਹ ਬਹੁਲ ਲੈਣੀ ਆ ਤੇ ਇਹ ਪੰਥ ਦਾ ਹਿੱਸਾ ਬਣਨਾ, ਜਾਤ ਪਾਤ ਊਚ ਨੀਚ ਸਭ ਕੁਝ ਦੂਰ ਕਰਨਾ। ਫਿਰ ਉਹਨਾਂ ਨੇ ਜਦੋਂ ਦਸਮ ਪਾਤਸ਼ਾਹ ਜੀ ਨੂੰ ਅੰਮ੍ਰਿਤ ਛਕਾਇਆ, ਅਸੀਂ ਕਿਤੇ ਨਹੀਂ ਪੜ੍ਹਿਆ ਕਿ ਉਹਨਾਂ ਨੇ ਦੁਬਾਰਾ ਤਿਆਰ ਕੀਤਾ। ਉਹ ਜਿਹੜਾ ਅੰਮ੍ਰਿਤ ਪਹਿਲੋਂ ਉਹਨਾਂ ਨੇ ਛਕਿਆ ਹੋਇਆ ਸੀਗਾ ਉਹ ਉਸੇ ਦੇ ਵਿੱਚੋਂ ਦਸਮ ਪਾਤਸ਼ਾਹ ਜੀ ਨੂੰ ਦਿੱਤਾ ਆ। ਤੇ ਇਹ ਇੱਕ ਬੜੀ ਵੱਡੀ ਗੱਲ ਆ ਜਿਹੜੀ ਕਿ ਦੁਨੀਆ ਦੇ ਵਿੱਚ। ਕਿਆ ਬਾਤ ਹੈ ਜੀ, ਬਹੁਤ ਗੱਲ ਨਹੀਂ ਕੀਤੀ ਇਹਦੇ ਬਾਬਤ। ਹਾਂਜੀ, ਤੇ ਇਸ ਕਰਕੇ ਸਿੱਖਾਂ ਨੂੰ ਸਾਨੂੰ ਘੱਟੋ ਘੱਟ ਜਿਹੜੇ ਅਸੀਂ ਗੁਰੂ ਦੇ ਸਿੱਖ ਖਾਉਂਦੇ ਆ ਵੀ ਇਹਨਾਂ ਗੱਲਾਂ ਦਾ ਧਿਆਨ ਰੱਖੀਏ। ਬਸ ਇਹੋ ਬੇਨਤੀ ਸੀ। ਬਹੁਤ ਸੋਹਣਾ, ਬੜਾ ਇਟ ਵਾਸ ਰੀਅਲੀ ਵੈਰੀ ਐਨਲਾਈਟਨਿੰਗ ਡਿਸਕਸ਼ਨ। ਤੇ ਆਪਾਂ ਵੀ ਵਿਲ ਕੰਟੀਨਿਊ ਦਿਸ ਅਗੇਨ। ਇਹੀ ਪਾਰਟ ਜਿਹੜਾ ਗਾਂ ਗੁਰੂ ਨਾਨਕ ਸਾਹਿਬ ਤੋਂ ਔਨਵਰਡਸ ਨੈਕਸਟ ਟਾਈਮ। ਐਂਡ ਦ ਰੀਜ਼ਨ ਇਜ਼ ਕਿ ਭਈ ਅੱਜ ਤਾਂ ਅਸੀਂ ਸਿਰਫ ਗੁਰੂ ਨਾਨਕ ਦੇ ਉਪਦੇਸ਼ਾਂ ਨੂੰ ਟੱਚ ਕਰ ਸਕੇ ਹਾਂ, ਪਰ ਉਹਨਾਂ ਨੂੰ ਉਹ ਵੀ ਇਨਕੰਪਲੀਟਲੀ। ਤੇ ਪਰ ਕਿ ਬਾਕੀ ਪਾਤਸ਼ਾਹਾਂ ਨੇ ਉਹੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪਾਏ ਹੋਏ ਜਿਹੜੇ ਅਸੂਲ ਨੇ ਉਹਨਾਂ ਨੂੰ ਕਿਵੇਂ ਆਪੋ ਆਪਣੇ ਜੀਵਨ ਦੇ ਵਿੱਚ ਤੇ ਆਪੋ ਆਪਣੇ ਸਮੇਂ ਦੇ ਵਿੱਚ ਗਾਂ ਨਿਭਾਇਆ। So we will continue next discussion session for that. So thank you again for your participation. Thank you for the audience, and please subscribe to this channel, and also whatever financial help you can render, it will be appreciated. And we also want you to ask questions so that they can be addressed during our conversation in our next sessions. Thank you again indeed for everybody, audience as well as the participants. Vaheguru Ji Ka Khalsa, Vaheguru Ji Ki Fateh ji. Vaheguru Ji Ka Khalsa, Vaheguru Ji Ki Fateh। ਕਹਿੰਦਾ ਸੀ ਫਤਿਹ ਬੁਲਾਣੀ ਆ। ਹਾਂਜੀ, ਖਾਲਸਾ ਵਾਹਿਗੁਰੂ।